ਇਹ ਕਿਸਾਨਾਂ ਦੀ ਰਾਏ ਲੈਣੀ ਜ਼ਰੂਰੀ ਆ। UN ਦਾ ਮਤਾ ਆ, ਇਹਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ। ਅਸੀਂ RTI ਨਹੀਂ ਪਤਾ ਕੀਤਾ ਵੀ ਕਿਸਾਨਾਂ ਦੀ ਸਲਾਹ ਲਈ ਕਿਸੇ ਦੀ, ਨੋਟ ਈਵਨ ਸਿੰਗਲ। ਉਹਨੇ ਆਪਣੀ ਜਿਹੜੀ ਉਹਨਾਂ ਦੇ ਸੰਬੰਧਿਤ ਲੋਕ ਆ ਉਹਨਾਂ ਦੀ ਰਾਏ ਨਹੀਂ ਲਈ। ਸ਼ੁਰੂ ਕਾਂਗਰਸ ਵਾਲਿਆਂ ਕੀਤਾ, ਮੋਦੀ ਨੇ ਉੱਥੇ ਪਾਰਲੀਮੈਂਟ ਮੰਨ ਲਿਆ ਗੱਲ ਇਹ ਵੀ ਮਨਮੋਹਨ ਜੀ ਦਾ ਕੰਮ ਮੋਦੀ ਨੂੰ ਕਰਨਾ ਪੈ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਗਈ ਤੇ ਮਨਮੋਹਨ ਸਿੰਘ ਵੀ ਉਹਦਾ ਜਵਾਬ ਨਹੀਂ ਦਿੱਤਾ। ਈਵਨ ਆਪ ਵਾਲੇ ਜਿਹੜੇ ਕਹਿੰਦੇ ਅਸੀਂ ਲੋਕ ਪੱਖੀ ਹਾਂ, ਆਪ ਵਾਲਿਆਂ ਨੇ ਇਹਦੇ ਖਿਲਾਫ ਕਾਨੂੰਨ ਨਹੀਂ ਪਾਸ ਕੀਤਾ, ਕਿਉਂਕਿ ਉੱਥੇ ਦੀ 80% ਬਿਜਲੀ ਅਡਾਨੀਆਂ ਬਾਨੀਆਂ ਦੀ ਹੈ ਦਿੱਲੀ ਦੇ ਵਿੱਚ, ਜਿਹਨਾਂ ਉਹਨਾਂ ਕੋਲ ਪਰਚੇਜ਼ ਕਰਦੇ ਆ। ਉਹਨਾਂ ਨੇ ਕਰੋਨਾ ਦੇ ਨਾਂ 'ਤੇ ਲੋਕਾਂ ਨੂੰ ਡਰਾ ਕੇ ਮੂੰਹ ਬੰਦ ਕਰਕੇ ਆਰਡੀਨੈਂਸ ਰਾਹੀਂ ਲਿਆਇਆ। ਆਰਡੀਨੈਂਸ ਸਦਾ ਹੀ ਐਮਰਜੈਂਸੀ ਵੇਲੇ ਹੁੰਦਾ, ਜੇ ਨਹੀਂ ਤਾਂ ਸੈਸ਼ਨ ਵਿੱਚ ਹੁੰਦਾ ਸਾਰਾ ਕੁਝ। ਅਸੀਂ ਚਾਹੁੰਦੇ ਹਾਂ ਵੀ ਸਰਕਾਰ ਦੀ ਜ਼ਿੰਮੇਵਾਰੀ ਚਾਹੀਦੀ ਆ, ਕਿਸਾਨ ਨੂੰ ਵੀ ਜਿੰਦਾ ਰੱਖੇ ਤੇ ਨਾਲ ਜਿਹੜਾ ਕੰਜ਼ਿਊਮਰ ਆ ਉਹਨੂੰ ਵੀ ਜਿੰਦਾ ਰੱਖੇ। ਜਦੋਂ ਕਾਂਗਰਸ ਲਿਆਉਂਦੀ ਸੀ BJP ਇੱਕ ਦਿਖਾਵੇ ਤੌਰ 'ਤੇ ਵਿਰੋਧ ਕਰਦੀ ਸੀ, ਹੁਣ BJP ਲਈ ਤੇ ਕਾਂਗਰਸ ਦਿਖਾਵੇ ਤੌਰ 'ਤੇ ਵਿਰੋਧ ਕਰਦੀ ਆ। ਉਹ ਵੋਟ ਬੈਂਕ ਲਈ ਕਰ ਰਹੇ ਆ। ਗੁਜਰਾਤ ਦੇ ਵਿੱਚ ਜਿਹੜਾ ਗੋਧਰਾ ਕਾਂਡ ਹੋਇਆ ਸੀ, ਉਦੋਂ ਪਹਿਲਾਂ ਰੇਲਵੇ ਵਾਲਾ ਕਾਂਡ ਹੋਇਆ ਸੀਗਾ, ਉਹ ਸਾਰਾ ਮੋਦੀ ਤੇ ਸ਼ਾਹ ਨੇ ਰਲ ਕੇ ਕਰਾਇਆ ਸੀ। ਜਿਹੜਾ ਜੱਜ ਫੈਸਲਾ ਕਰਨਾ ਸੀ ਲੋਇਆ ਉਹਨੂੰ ਮਰਾਤਾ, ਜਿਹੜੇ ਗਵਾਹ ਸੀ ਉਹ ਮਰਾਤੇ, ਕੋਈ ਛੱਡਿਆ ਨਹੀਂ ਜਿਹੜਾ ਉਸ ਫੈਸਲੇ ਨਾਲ ਸੰਬੰਧਿਤ ਬੰਦਾ ਸੀ। ਉਹਨਾਂ ਦਾ ਪਲਾਨ ਇਹ ਸੀਗਾ ਵੀ ਇੱਕ ਵਾਰੀ ਦਿੱਲੀ ਵਿੱਚ ਝਗੜਾ ਕਰਾਓ, ਉੱਧਰੋਂ RS ਦੇ ਬੰਦੇ ਹਮਲਾ ਕਰਨਗੇ, ਸਾਡੇ ਕਿਸਾਨਾਂ ਦੀ ਭੀੜ ਦੇ ਵਿੱਚੋਂ 2-4 ਫਾਇਰ ਕੀਤੇ ਜਾਣਗੇ ਪੁਲਿਸ ਵੱਲ ਨੂੰ, ਪੁਲਿਸ ਉੱਧਰੋਂ ਫਾਇਰ ਖੋਲੂਗੀ, ਉਹਦੇ 500-700 ਬੰਦਾ ਮਰੂਗਾ ਤੇ ਮੁੜ ਕੇ ਹਿੰਦੂ ਸਿੱਖ ਦਾ ਝਗੜਾ ਫੇਰ ਖੜਾ ਕਰ ਦਾਂਗੇ। ਅਸੀਂ ਹੁਣ UP ਦੇ ਵਿੱਚ ਜ਼ਿਆਦਾ ਜ਼ੋਰ ਲਾਵਾਂਗੇ, ਪੰਚਾਇਤ ਇਲੈਕਸ਼ਨ ਮੂਹਰੇ ਆਉਣ ਵਾਲੀਆਂ, ਮਜਬੂਰ ਕਰ ਦਾਂਗੇ ਸਰਕਾਰ ਨੂੰ। ਅਸੀਂ ਹੁਣ UP ਦੇ ਵਿੱਚ ਜ਼ਿਆਦਾ ਜ਼ੋਰ ਲਾਵਾਂਗੇ, ਪੰਚਾਇਤ ਇਲੈਕਸ਼ਨ ਮੂਹਰੇ ਆਉਣ ਵਾਲੀਆਂ, ਮਜਬੂਰ ਕਰ ਦਾਂਗੇ ਸਰਕਾਰ ਨੂੰ। ਕਿਹੜਾ ਥ੍ਰੈਟ ਹੈ ਰਾਜੇਵਾਲ ਸਾਹਿਬ ਨੂੰ, ਕਿਉਂ ਉਹ ਸੁਰੱਖਿਆ ਦਿੱਤੀ ਜਾ ਰਹੀ ਆ? ਤੁਹਾਡੇ ਅੱਗੇ ਪਿੱਛੇ ਜਿਪਸੀਆਂ ਜਿਹੜੀਆਂ ਕਿਉਂ ਲਾਈਆਂ ਗਈਆਂ ਸੀ? ਯੂਥ ਕੌਣ ਆ? ਉਹ ਫੇਸਬੁੱਕ ਯੂਥ ਆ, ਜਿਹੜਾ ਕਰਨਾ ਕੁਛ ਨਹੀਂ ਚਾਹੁੰਦਾ, ਰਜਾਈਆਂ 'ਚ ਬੈਠਾ ਮੱਤਾ ਦੇਣਾ ਚਾਹੁੰਦਾ। ਐਂ ਕਰਿਓ ਜੀ, ਹੁਣ ਪਿਛਾ ਨਾ ਮੁੜਿਓ, ਗੋਲੀ ਗਾਲੀ ਖਾ ਕੇ ਮੁੜਿਓ। ਅਸੀਂ ਉਹਨੂੰ ਕਹੀਦਾ ਵੀ ਤੁਸੀਂ 10 ਦਿਨ ਆ ਜਾਓ ਇੱਥੇ, ਸਾਨੂੰ ਫੇਸਲਾ ਦਿਓ। ਦਿੱਲੀ ਦੀਆਂ ਬਰੂਹਾਂ ਤੋਂ ਸ਼ੁਰੂ ਹੋਇਆ ਅੰਦੋਲਨ ਜਿਹੜਾ ਇਸ ਸਮੇਂ ਸਿਖਰ ਫੜ ਚੁੱਕਾ ਹੈ। ਹੁਣ ਸੂਬਾ ਦਰ ਸੂਬਾ ਮਹਾ ਪੰਚਾਇਤਾਂ ਦੇ ਰੂਪ ਦੇ ਵਿੱਚ ਰੰਗ ਵਟਾਉਂਦਾ ਨਜ਼ਰ ਆ ਰਿਹਾ ਹੈ ਤੇ ਇਹਨਾਂ ਮਹਾ ਪੰਚਾਇਤਾਂ ਦੇ ਜ਼ਰੀਏ ਕੇਂਦਰ ਦੀ ਸੱਤਾ ਦੇ ਉੱਤੇ ਲਗਾਤਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੋਸ਼ਿਸ਼ ਦੇ ਵਿੱਚ ਇਸ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦੇ ਇੱਕ ਅਹਿਮ ਭੂਮਿਕਾ ਨਿਭਾ ਰਹੇ ਨੇ ਔਰ ਲੋਕਾਂ ਦੇ ਵਿੱਚ ਇੱਕ ਵੱਖਰੇ ਤਰੀਕੇ ਦਾ ਵਿਸ਼ਵਾਸ ਪੈਦਾ ਵੀ ਕਰ ਰਿਹਾ ਔਰ ਆਪਣੀ ਅਗਵਾਈ ਦੇ ਵਿੱਚ ਵਿਸ਼ਵਾਸ ਬਣਾ ਵੀ ਰਿਹਾ। ਇਹਨਾਂ ਦੇ ਵਿੱਚੋਂ ਇੱਕ ਕੁਲਵੰਤ ਸਿੰਘ ਸੰਧੂ ਹੁਰੀ ਸਾਡੇ ਨਾਲ ਮੌਜੂਦ ਨੇ। ਸੰਧੂ ਸਾਹਿਬ, ਮਹਾ ਪੰਚਾਇਤਾਂ ਇਹ ਸਿਧਾਂਤ ਸਿਰਫ ਜਾਂ ਹਰਿਆਣੇ 'ਚ ਚੱਲਦਾ ਸੀ, UP 'ਚ ਚੱਲਦਾ ਸੀਗਾ, ਰਾਜਸਥਾਨ 'ਚ ਚੱਲਦਾ ਸੀਗਾ, ਪਰ ਇਹ ਪੰਜਾਬ ਦੇ ਵਿੱਚ ਵੀ ਆਪਣੇ ਤਰੀਕੇ ਦਾ ਇੱਕ ਨਵਾਂ ਤਜਰਬਾ ਜਿਹੜਾ ਉਹ ਕੀਤਾ ਗਿਆ। ਜਗਰਾਓਂ 'ਚ ਮਹਾ ਪੰਚਾਇਤ ਹੋਈ ਔਰ ਉਸ ਮਹਾ ਪੰਚਾਇਤ 'ਚ ਜਿੱਡਾ ਵੱਡਾ ਲੋਕਾਂ ਦਾ ਹੜ੍ਹ ਆਇਆ, ਉਹਦੇ ਤੋਂ ਲੱਗਦਾ ਕਿ ਪੰਜਾਬ ਦੇ ਪੰਚਾਇਤੀ ਸਿਸਟਮ ਦੇ ਵਿੱਚ ਵੀ ਅੰਦੋਲਨ ਨੂੰ ਲੈ ਕੇ ਵੀ ਕੱਲ੍ਹ ਭਵਿੱਖੀ ਅੰਦੋਲਨ ਜਿਹੜੇ ਹੋਣ ਦੀ ਉਮੀਦ ਜਤਾਉਂਦੇ ਹਾਂ ਅਸੀਂ, ਕਿਤੇ ਵੀ ਧੱਕਾ ਕਰੇ ਸਰਕਾਰ ਤੇ ਉਹਦੇ ਲਈ ਅੰਦੋਲਨ ਹੋਵੇ, ਉਹਦੇ ਲਈ ਇੱਕ ਨਵਾਂ ਮਰਹਲਾ, ਇੱਕ ਨਵੀਂ ਪੈੜ ਪਾ ਦਿੱਤੀ ਹੈ ਕੱਲ੍ਹ ਦੀ ਮਹਾ ਪੰਚਾਇਤ ਨੇ। ਜਸਵੀਰ ਜੀ, ਮਹਾ ਪੰਚਾਇਤ UP 'ਚ ਹੁੰਦੀ ਸੀ, ਹਰਿਆਣੇ 'ਚ ਖਾਪ ਪੰਚਾਇਤਾਂ ਹੁੰਦੀਆਂ ਸੀ। ਇਹ ਕੋਈ ਅਸੀਂ ਨਹੀਂ ਨਾਂ ਰੱਖਿਆ ਤੇ ਨਾ ਅਸੀਂ ਦਿੱਲੀ ਤੋਂ ਫੈਸਲਾ ਕੀਤਾ ਸੀ। ਇਹ ਲੁਧਿਆਣੇ ਜਗਰਾਵਾਂ ਦੇ ਜਿਹੜੇ ਬੁੱਧੀਜੀਵੀ ਲੋਕ ਆ, ਉਹਨਾਂ ਨੇ ਆਪਣੇ ਵੱਲੋਂ ਰੱਖ ਕੇ ਸਾਨੂੰ ਤਾਂ ਸੁਨੇਹਾ ਭੇਜਿਆ ਵੀ ਤੁਸੀਂ ਇਹਦੇ ਵਿੱਚ ਬੁਲਾਰੇ ਭੇਜ ਦਿਓ ਜਿਹੜੇ ਭੇਜਣੇ ਚਾਹੁੰਦੇ ਆ। ਅਸੀਂ ਤਾਂ ਬੁਲਾਰੇ ਇੱਥੇ ਆਏ ਹਾਂ, ਤਿਆਰੀ ਸਾਰੀ ਉਹਨਾਂ ਦੀ ਲੋਕਲ ਪੱਧਰ 'ਤੇ ਸੀ। ਉਹਨਾਂ ਨੇ ਰੱਖਿਆ ਉਹਦਾ ਨਾਮ ਸਰਵ ਸਮਾਜ ਮਹਾ ਪੰਚਾਇਤ ਜੀ। ਉਹਦੇ ਵਿੱਚ ਇਕੱਲੇ ਕਿਸਾਨ ਨਹੀਂ, ਉਹਦੇ ਵਿੱਚ ਆੜ੍ਹਤੀਆ ਵਰਗ ਵੀ ਸੀਗਾ, ਉਹ 'ਚ ਵਕੀਲ ਵੀ ਬਹੁਤ ਸਾਰੇ ਸੀਗੇ, ਉਹ 'ਚ ਕਲਾਕਾਰ ਭਾਂਤ ਪਾਉਂਦੇ ਸੀਗੇ ਜੀ। ਉਹਦੇ ਵਿੱਚ ਇੱਥੋਂ ਤੱਕ ਕਿ ਭੰਡ ਵੀ ਸ਼ਾਮਲ ਸੀ, ਜਿਨ੍ਹਾਂ ਨੇ ਬੜੀਆਂ ਟਕੋਰਾਂ ਮਾਰੀਆਂ ਸਰਕਾਰ 'ਤੇ। ਇਹ ਪਹਿਲਾ ਉਪਰਾਲਾ ਸੀ ਅਤੇ ਪਹਿਲਾ ਕਾਮਯਾਬ ਹੋਇਆ। ਅੱਜ ਤੁਹਾਨੂੰ ਮੈਂ ਦੱਸਿਆ 2-3 ਜ਼ਿਲ੍ਹਿਆਂ ਤੋਂ ਮੈਨੂੰ ਫੋਨ ਆ ਗਏ ਆ, ਰਾਤ ਦੇ ਆਉਣੇ ਸ਼ੁਰੂ ਹੋ ਗਏ ਵੀ ਜਗਰਾਵਾਂ ਟਾਈਪ ਸਾਡੇ ਜ਼ਿਲ੍ਹੇ 'ਚ ਵੀ ਕਰੋ। ਉੱਦਾਂ ਸਾਡਾ ਪਹਿਲਾਂ ਫੈਸਲਾ ਸੀ ਵੀ ਪੰਜਾਬ ਨੂੰ ਚੱਲਿਆ ਨੂੰ 9 ਮਹੀਨੇ ਹੋ ਚੱਲੇ ਆ, 20 ਨੂੰ 9 ਮਹੀਨੇ ਹੋ ਜਾਣੇ ਆ। ਇਹ ਬਹੁਤ ਤਰ੍ਹਾਂ ਦੇ ਭਾਂਤ ਪਾਉਂਦੇ, ਰੇਲਵੇ ਲਾਈਨਾਂ, ਟਰੈਕਟਰ ਮਾਰਚ, ਮੋਟਰਸਾਈਕਲ ਮਾਰਚ, ਰੈਲੀਆਂ, ਬੜਾ ਕੁਛ ਇੱਥੇ ਕੀਤਾ ਸੀ। ਅਸੀਂ ਚਾਹੁੰਦੇ ਕਿਸਾਨਾਂ ਦਾ ਬਹੁਤਾ ਜ਼ੋਰ ਨਾ ਲਵਾਈਏ, ਪਰ ਕਿਸਾਨੀ 'ਚ ਜਾਂ ਲੋਕਾਂ ਦੇ ਵਿੱਚ ਉਭਾਰ ਹੀ ਇੰਨਾ ਜ਼ਿਆਦਾ ਹੋ ਗਿਆ। ਇਹਦੇ ਵਿੱਚ ਇੱਕ ਨਵਾਂ ਤਾਬਕਾ ਜਿਹੜਾ ਜੁੜ ਗਿਆ ਹੁਣ ਅਤੇ ਬੜੀ ਤੇਜ਼ੀ ਨਾਲ ਜੁੜ ਰਿਹਾ, ਜਿਹੜਾ ਖਪਤਕਾਰ ਤਾਬਕਾ ਆ। ਕਿਉਂਕਿ ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ ਹੈ, ਜ਼ਰੂਰੀ ਵਸਤਾਂ ਵਾਲਾ ਕਾਨੂੰਨ ਆ, ਉਹ ਹਰ ਕੰਜ਼ਿਊਮਰ ਦੇ ਉੱਤੇ ਭਾਰ ਉਹਦਾ ਪੈਣਾ। ਬਿਲਕੁਲ, ਜਿਵੇਂ ਸਾਡੇ ਕੋਲੋਂ ਪਿਆਜ਼ ਲੈਂਦੇ ਆ 1.5 ਰੁਪਏ, 2 ਰੁਪਏ, ਵੱਧ 3 ਰੁਪਏ, ਸਾਡੇ ਇੱਥੇ ਆ ਕੇ ਵਿਕਦਾ 80 ਰੁਪਏ, 85 ਰੁਪਏ, 100 ਤੱਕ ਵੀ ਚੱਲ ਜਾਂਦਾ। ਆਲੂ ਸਾਡੇ ਕੋਲੋਂ ਵੱਧ 2-2.5 ਰੁਪਏ ਲੈਂਦੇ, ਉਹ 50-50 ਰੁਪਏ ਨੂੰ ਵਿਕਦਾ। ਇਹ ਸਿਸਟਮ ਜਿਹੜਾ ਨਵਾਂ ਆ ਰਿਹਾ ਕਾਰਪੋਰੇਟ ਘਰਾਣਿਆਂ ਵਾਲਾ, ਹਰ ਚੀਜ਼ ਇੱਦਾਂ ਮਿਲੂਗੀ। ਫਿਰ
ਜਿਵੇਂ ਆਲੂ ਦੇ ਚਿਪਸ ਆ, ਕਿੰਨੀ ਕੁ ਉਹਦੇ ਵਿੱਚ ਕੀ ਚੀਜ਼ ਪਾਉਂਦੇ, ਕੋਈ ਖਾਸ ਨਹੀਂ। ਆਟਾ ਮੱਕੀ ਦਾ 800 ਨੂੰ 900 ਨੂੰ ਮੱਕੀ ਖਰੀਦ ਕੇ 35 ਰੁਪਏ ਆਟਾ ਵਿਕ ਰਿਹਾ ਜੀ ਉਹਦੇ ਵਿੱਚ ਐਵੇਂ ਕਹਿ ਰਹਿਣਾ ਭਈ ਜਿੱਦਾਂ ਕਹਿੰਦੇ ਆ ਕੈਲਸ਼ੀਅਮ ਪਾਤਾ ਜੀ, ਕਿਸੇ ਵਿੱਚ ਕੋਈ ਫਾਸਫੋਰਸ ਪਾਤਾ ਜੀ, ਐਵੇਂ ਪਾਇਆ ਕੁਝ ਵੀ ਨਹੀਂ ਹੁੰਦਾ। ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਉਹ ਆਪਣਾ ਮਾਲ ਵੇਚਣਾ ਆਉਂਦਾ। ਜਿਹੜੇ ਸੈਲੀਬ੍ਰਿਟੀਆਂ ਹੁੰਦੀਆਂ ਉਹਨਾਂ ਦੇ ਮੂੰਹ ਤੋਂ ਕਹਾਉਂਦੇ ਆ ਵੀ ਆਹ ਆਟਾ ਚੰਗਾ ਹੈ ਜੀ, ਆਹ ਦਾਲ ਚੰਗੀ ਆ ਜੀ, ਜੇ ਆ ਜੀ ਉਹ ਆ ਜੀ। ਜਿਵੇਂ ਤੁਸੀਂ ਲੂਣ ਦੇਖਦੇ ਹੋ, ਲੂਣ ਇੱਕ ਕੁਦਰਤੀ ਪੈਦਾਵਾਰ ਹੈ, ਸਮੁੰਦਰ ਤੋਂ ਪੈਦਾ ਹੁੰਦਾ ਜੀ ਉਹ ਟਾਟੇ ਨੇ ਉਹਦੇ ਵਿੱਚ ਜੀ ਇਹ 'ਚ ਕਲੋਰੀਨ ਪਾਈ ਹੈ। ਕਲੋਰੀਨ ਤੋਂ ਬਿਨਾਂ ਪੈਰਾਲਾਈਜ਼ ਬੱਚੇ ਹੋ ਜਾਂਦੇ ਆ। ਉਹ ਲੂਣ ਲਾਓ। ਜਿਹੜਾ ਲੂਣ ਸਾਨੂੰ 1 ਰੁਪਏ ਕਿਲੋ ਮਿਲਦਾ ਸੀਗਾ, ਆਇਓਡਾਈਜ਼ਡ ਕੀਤਾ ਹੈਗਾ, ਆਇਓਡੀਨ ਪਾਈ ਆ। ਉਹੀ ਸਾਨੂੰ ਜਿਹੜਾ ਹੈ ਉਹ 50 ਗੁਣਾ ਭਾਅ 'ਤੇ ਮਿਲ ਰਿਹਾ। ਵਿੱਚ ਪਾਈ ਕਿ ਨਹੀਂ ਪਾਈ ਕਿਹੜੀ ਦੇਖੀ ਕਿਸੇ ਨੇ ਕੋਈ। ਜੀ ਇਹ ਕਾਰਪੋਰੇਟ ਘਰਾਣਿਆਂ ਦੀ ਇੱਕ ਸਕੀਮ ਆ ਤੇ ਇਹਦੇ ਵਿੱਚ ਲੋਕਾਂ ਜਾਗਰਤੀ ਬਹੁਤ ਆ ਰਹੀ ਆ। ਬੱਚੇ ਨੂੰ ਪਤਾ ਵੀ ਸਾਡਾ ਨੁਕਸਾਨ ਹੋ ਰਿਹਾ। ਉਹ 'ਚ ਸਾਰੇ ਜਿਹੜੇ ਆ ਹਰ ਤਾਬਕਾ ਕੁਦਰ ਆ। ਅੱਛਾ, ਇੱਕ ਚੀਜ਼ ਮੈਂ ਸਵਾਲ ਮੇਰਾ ਅਜੇ ਵੀ ਉੱਥੇ ਹੀ ਹੈ। ਠੀਕ ਹੈ ਕਿ ਤੁਹਾਨੂੰ ਬੁਲਾਇਆ ਗਿਆ ਬੁਲਾਰੇ ਦੇ ਤੌਰ ਤੇ, ਅਸਲ ਦੇ ਵਿੱਚ ਇਹ ਸਥਾਨਕ ਲੋਕਾਂ ਨੇ ਰੱਖੀ ਸੀ, ਪਰ ਪੰਜਾਬ ਦੇ ਵਿੱਚ ਆਪਣੇ ਤਰੀਕੇ ਦਾ ਇੱਕ ਨਵਾਂ ਤਜਰਬਾ ਆ। ਜੇ ਪੰਚਾਇਤਾਂ ਇਕੱਠੀਆਂ ਹੁੰਦੀਆਂ, ਲੋਕ ਇਕੱਠੇ ਹੁੰਦੇ ਇਸ ਤਰੀਕੇ ਨਾਲ ਕਿਸੇ ਸਾਂਝੇ ਮੁੱਦੇ ਲਈ, ਕਿਉਂਕਿ ਪਹਿਲਾਂ ਪ੍ਰਦਰਸ਼ਨ ਪਹਿਲਾਂ ਵੀ ਹੁੰਦੇ ਸੀਗੇ, ਜਿਹੜਾ ਤਬਕਾ ਥੋੜਾ ਬਹੁਤਾ ਪ੍ਰਭਾਵਿਤ ਹੁੰਦਾ ਸੀ ਉਹਦੇ ਵੀ ਥੋੜੇ ਬਹੁਤੇ ਲੋਕ ਹੀ ਅੱਗੇ ਆਉਂਦੇ ਹੁੰਦੇ ਸੀ, ਇਕੱਠੇ ਕਦੀ ਨਹੀਂ ਹੁੰਦੇ ਸੀਗੇ ਤੇ ਵੰਡੇ ਹੋਏ ਹੁੰਦੇ ਸੀ। ਹੁਣ ਜੇ ਪੰਚਾਇਤਾਂ ਵੀ ਇੰਜ ਇਕੱਠੀਆਂ ਹੋਣ ਲੱਗ ਪਈਆਂ, ਇਦਾਂ ਦੀਆਂ ਮਹਾਂ ਪੰਚਾਇਤਾਂ ਹੋਣ ਲੱਗ ਪਈਆਂ, ਸਾਰੇ ਇਕੱਠੇ ਹੋ ਕੇ ਅੰਦੋਲਨ ਕਰਨ ਲੱਗ ਪਏ, ਭਵਿੱਖ ਦੇ ਵਾਸਤੇ ਅਸੀਂ ਇਸ ਗੱਲ ਦੀ ਉਮੀਦ ਰੱਖ ਸਕਦੇ ਹਾਂ ਕਿ ਕੱਲ ਸਰਕਾਰਾਂ ਕੋਈ ਵੀ ਫੈਸਲਾ ਲੈਣ ਲੱਗੀਆਂ ਇੱਕ ਵਾਰੀ ਸੋਚਣਗੀਆਂ ਜ਼ਰੂਰ ਕਿ ਇਹੋ ਜਿਹਾ ਅੰਦੋਲਨ ਦੁਬਾਰਾ ਵੀ ਹੋ ਸਕਦਾ, ਕਿ ਉਹਦੇ ਤੋਂ ਪਹਿਲਾਂ ਹੀ ਇਹਤਿਆਤਾਂ ਵਰਤੀਆਂ ਜਾਣ। ਜਸਵੀਰ ਜੀ, 18 ਦਾ ਯੂਐਨਓ ਦਾ ਇੱਕ ਰੈਜ਼ੋਲੂਸ਼ਨ ਆ, 5 ਸਾਲ ਬਹਿਸ ਕਰਨ ਤੋਂ ਬਾਅਦ ਪਾਸ ਹੋਇਆ ਸੀ। ਉਹਦੇ ਵਿੱਚ ਸਪੈਸ਼ਲ ਡਿਸੀਜਨ ਆ ਵੀ ਜੇ ਕਿਸਾਨਾਂ ਦੇ ਨਾਲ ਸੰਬੰਧਿਤ ਕੋਈ ਵੀ ਫੈਸਲਾ ਕਰਨਾ ਹੋਵੇ, ਸੰਬੰਧਿਤ, ਇਹ ਨਹੀਂ ਵੀ ਉਹਨਾਂ ਦੇ ਖਿਲਾਫ ਜਾਂ ਹੱਕ 'ਚ, ਇਹ ਕਿਸਾਨਾਂ ਦੀ ਰਾਏ ਲੈਣੀ ਜ਼ਰੂਰੀ ਆ। ਯੂਐਨਓ ਦਾ ਮਤਾ ਆ। ਇਹਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ। ਅਸੀਂ ਆਰਟੇ ਨਹੀਂ ਪਤਾ ਕੀਤਾ ਵੀ ਕਿਸਾਨਾਂ ਦੀ ਸਲਾਹ ਲਈ ਕਿਸੇ ਦੀ, ਨੋਟ ਈਵਨ ਸਿੰਗਲ। ਉਹਨੇ ਆਪਣੀ ਜਿਹੜੀ ਉਹਨਾਂ ਦੇ ਸੰਬੰਧਿਤ ਲੋਕ ਆ ਉਹਨਾਂ ਦੀ ਰਾਏ ਨਹੀਂ ਲਈ ਜੀ। ਉਹਨਾਂ ਨੇ ਕਰੋਨਾ ਦੇ ਨਾਂ 'ਤੇ ਲੋਕਾਂ ਨੂੰ ਡਰਾ ਕੇ ਮੂੰਹ ਬੰਦ ਕਰਕੇ ਆਰਡੀਨੈਂਸ ਰਾਹੀਂ ਲਿਆਇਆ। ਆਰਡੀਨੈਂਸ ਸਦਾ ਹੀ ਐਮਰਜੈਂਸੀ ਵੇਲੇ ਹੁੰਦਾ, ਜੇ ਨਹੀਂ ਤਾਂ ਸੈਸ਼ਨ ਵਿੱਚ ਆਉਂਦਾ ਹੁੰਦਾ ਸਾਰਾ ਕੁਝ। ਜਿਹੜਾ ਤੁਸੀਂ ਇਹ ਪੇਸ਼ ਕਰ ਰਹੇ ਹੋ ਵੀ ਮਹਾਂ ਪੰਚਾਇਤਾਂ ਜਾਂ ਕਿਸਾਨ ਪੰਚਾਇਤਾਂ, ਇਹ ਇੱਕ ਬਹੁਤ ਹੀ ਪਹਿਲੇ ਜ਼ਮਾਨੇ ਵਿੱਚ ਤਾਂ ਇਹਨੂੰ ਨੈਗੇਟਿਵ ਪੱਖ ਤੋਂ ਲਿਆ ਜਾਂਦਾ ਸੀ, ਕਈ ਵਾਰੀ ਫੈਸਲੇ ਗਲਤ ਹੋ ਜਾਂਦੇ ਸੀ। ਪਰ ਮੌਜੂਦਾ ਸਮੇਂ 'ਚ ਪੜ੍ਹਿਆ ਲਿਖਿਆ ਤਬਕਾ ਬਹੁਤ ਮੂਹਰੇ ਆ ਗਿਆ। ਔਰਤਾਂ ਦੀ ਗਿਣਤੀ ਬਹੁਤ ਵੱਧ ਗਈ। ਔਰਤਾਂ ਦੇ ਖਿਲਾਫ ਫੈਸਲੇ ਕਰਨ ਵੇਲੇ ਸੋਚਦੇ ਆ ਕਿ 50% ਔਰਤਾਂ ਦੀ ਗਿਣਤੀ ਹੋ ਗਈ ਹੈ। ਹੁਣ ਇਹ ਪੰਚਾਇਤਾਂ ਜਿਹੜੀਆਂ ਆ ਉਹਨਾਂ ਦੀ ਤਾਕਤ ਵਧੂਗੀ। ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਲੰਬੀ ਹੋਊਗੀ। ਇਕੱਲਾ ਕਿਸਾਨ ਅੰਦੋਲਨ ਤੱਕ ਨਹੀਂ ਰਹਿ ਗਿਆ ਇਹ। ਪਹਿਲੀ ਗੱਲ ਤਾਂ ਤੁਹਾਨੂੰ ਕਿ ਲੋਕ ਅੰਦੋਲਨ ਬਣ ਗਿਆ। ਨਾਲ ਇਹ ਆ ਵੀ ਸੂਬਿਆਂ ਦੇ ਅਧਿਕਾਰ ਜਿਹੜੇ ਖੋਏ ਜਾ ਰਹੇ ਸੀ ਹਰ ਪੱਖ ਤੋਂ, ਬਿਜਲੀ ਆਪਣੇ ਹੱਕ ਲੈ ਗਏ, ਐਜੂਕੇਸ਼ਨ ਖੋਹ ਕੇ ਲੈ ਗਏ ਢੰਗ ਤਰੀਕੇ ਨਾਲ, ਮਤਲਬ ਆ ਜਿਹੜਾ ਸਾਡਾ ਸੀਗਾ ਮੰਡੀਆਂ ਦਾ, ਉਹ ਵੀ ਖੇਤੀ ਵੀ ਖੋਹਣੀ ਚਾਹੁੰਦੇ ਆ। ਉਹਦੇ ਖਿਲਾਫ ਹੁਣ ਲੜਾਈ ਜਿਹੜੀ ਆ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਹੋਣੀ ਸ਼ੁਰੂ ਹੋ ਗਈ ਆ। ਜਿੱਥੇ ਮੰਡੀਆਂ ਨਹੀਂ ਵੀ ਸੀ, ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ 'ਚ ਰਹਿ ਗਏ ਸੀ 2.5 ਸੂਬਿਆਂ 'ਚ, ਹੁਣ ਸਾਰੇ ਸੂਬੇ ਜਿਹੜੇ ਆ ਦੁਬਾਰਾ ਇਹ ਮੰਗ ਕਰ ਰਹੇ ਆ ਵੀ ਸਰਕਾਰ ਆਵੇ, ਸਰਕਾਰ ਵਿੱਚੋਂ ਨਿਕਲੇ ਨਾ। ਸਰਕਾਰ ਨਿਕਲਣਾ ਚਾਹੁੰਦੀ ਆ। ਅਸੀਂ ਚਾਹੁੰਦੇ ਆ ਵੀ ਸਰਕਾਰ ਦੀ ਜ਼ਿੰਮੇਵਾਰੀ ਚਾਹੀਦੀ ਆ, ਕਿਸਾਨ ਨੂੰ ਵੀ ਜਿੰਦਾ ਰੱਖੇ ਤੇ ਨਾਲ ਜਿਹੜਾ ਕੰਜ਼ਿਊਮਰ ਆ ਉਹਨੂੰ ਵੀ ਜਿੰਦਾ ਰੱਖੇ। ਬਹੁਤ ਸਾਰੀਆਂ ਚੀਜ਼ਾਂ ਨੇ। ਇੱਕ ਪੰਚਾਇਤੀ ਰਾਜ ਦੀ ਜਦੋਂ ਗੱਲ ਕਰਦੇ ਹਾਂ, ਲੋਕਤੰਤਰ ਦੇ ਵਿੱਚ ਤਾਂ ਲੋਕਤੰਤਰ ਦੀ ਨੀਂਹ ਜਿਹੜੀ ਆ ਉਹਨੂੰ ਪੰਚਾਇਤ ਮੰਨਿਆ ਜਾਂਦਾ ਆ। ਉਹਦੇ ਤੋਂ ਲੋਕਤੰਤਰ ਦੇ ਵਿੱਚ ਪੰਚਾਇਤ ਤੋਂ ਲੈ ਕੇ ਕੇਂਦਰ ਤੱਕ ਦੀ ਸੱਤਾ ਦੀ ਗੱਲ ਕੀਤੀ ਜਾਂਦੀ ਤੇ ਹਰ ਇੱਕ ਦਾ ਆਪਣਾ ਆਪਣਾ ਮਹੱਤਵ ਹੈਗਾ। ਪਰ ਫਿਲਹਾਲ ਜਿਸ ਤਰੀਕੇ ਨਾਲ ਕੱਲ ਜਿਹੜੀ ਮਹਾਪੰਚਾਇਤ ਹੋਈ ਹੈ, ਉਸ ਮਹਾਪੰਚਾਇਤ ਦੇ ਵਿੱਚ ਜਾਂ ਫਿਰ ਇਸ ਅੰਦੋਲਨ ਦੇ ਦਰਮਿਆਨ ਵੀ ਸੰਧੂ ਸਾਹਿਬ, ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਉਹਨਾਂ ਧਿਰਾਂ ਨੂੰ ਵੀ ਐਨੂੰ ਨੰਗੇ ਚਿੱਟੇ ਸਾਹਮਣੇ ਲਿਆ ਕੇ ਖੜੇ ਕਰ ਦਿੱਤਾ ਜਿਨ੍ਹਾਂ ਦੇ ਬਾਰੇ ਕਦੀ ਜ਼ਿਕਰ ਹੀ ਨਹੀਂ ਕੀਤਾ ਜਾਂਦਾ ਸੀਗਾ। ਤੁਸੀਂ ਵੀ ਕੱਲ ਆਪਣੇ ਸੰਬੋਧਨ ਦੇ ਵਿੱਚ ਬੋਲਦੇ ਸੀਗੇ ਕਿ ਕੱਲੀ ਲੜਾਈ ਕੇਂਦਰ ਦੀ ਸਰਕਾਰ ਨਾਲ ਨਹੀਂ ਹੈ, ਇਹ WTO ਦੇ ਨਾਲ ਲੜਾਈ ਹੈਗੀ, IMF ਦੇ ਨਾਲ ਲੜਾਈ ਹੈਗੀ ਹੈ, ਇਹ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਨਾਲ ਲੜਾਈ ਹੈਗੀ, ਵਿਸ਼ਵ ਦੀਆਂ ਉਹਨਾਂ ਤਾਕਤਾਂ ਦੇ ਨਾਲ ਲੜਾਈ ਹੈਗੀ ਹੈ ਜਿਨ੍ਹਾਂ ਨੇ ਨਿਯਮ ਹੀ ਇਹੋ ਜਿਹਾ ਬਣਾਏ ਕਿ ਸਿਰਫ ਪੂੰਜੀਪਤੀਆਂ ਦੇ ਢਿੱਡ ਭਰਨੇ ਨੇ, ਲੋਕਾਂ ਦੀ ਕੋਈ ਪਰਵਾਹ ਨਹੀਂ ਕਰਨੀ। ਉਹਨਾਂ ਲੋਕਾਂ ਨੂੰ ਵੀ ਪਛਾਣ ਲਿਆ ਗਿਆ। ਔਰ ਇੱਥੇ ਜੇ ਭਾਰਤ ਦੀ ਗੱਲ ਕਰ ਲਈਏ ਤਾਂ 2 ਕਾਰਪੋਰੇਟ ਘਰਾਣਿਆਂ ਦੇ ਉੱਤੇ ਵੀ ਸਿੱਧੇ ਤੌਰ ਤੇ ਉਂਗਲੀ ਧਰੀ ਜਾ ਰਹੀ ਹੈ। ਇਹ ਵੀ ਤਾਂ ਪਹਿਲੀ ਵਾਰੀ ਹੋਇਆ ਹੈ ਕਿ ਲੋਕਾਂ ਨੇ ਕੱਲਾ ਬੰਦਾ ਜਿਹੜਾ ਉਹ ਸਾਹਮਣੇ ਲਿਆ ਕੇ ਰੱਖ ਦਿੱਤਾ। ਇਹ ਬਹੁਤ ਵੱਡੀ ਗੱਲ ਆ ਜੀ ਕਿ ਜਿਹੜੀ ਪੰਜਾਬ ਦੀ ਕਿਸਾਨ ਲੀਡਰਸ਼ਿਪ ਆ, ਇਹ ਵਿਦਿਆਰਥੀ ਲਹਿਰ 'ਚੋਂ ਪੈਦਾ ਹੋਈ ਹੈ ਜੀ। ਫਿਰ ਵਿਦਿਆਰਥੀ ਲਹਿਰ ਤੋਂ ਬਾਅਦ ਉਹ ਯੂਥ ਦੇ ਲੀਡਰ ਬਣੇ ਆ, ਯੂਥ ਦੇ ਲੀਡਰਾਂ ਤੋਂ ਬਾਅਦ ਕਿਸਾਨ ਲੀਡਰ ਬਣੇ ਆ। ਇਹ ਬੜੀ ਡੰਗਿਆਈ ਨਾਲ ਜਾਣਦੇ ਆ ਕਿ ਵਰਲਡ ਜਿਹੜਾ ਸਿਸਟਮ ਕਿਵੇਂ ਚੱਲਦਾ। ਪਹਿਲਾਂ ਰਸ਼ੀਆ ਸੀ, ਇੱਕ ਬਰਾਬਰ ਦੀ ਤਾਕਤ ਸੀ।
ਉਦੋਂ ਤੁਹਾਨੂੰ ਕੋਈ ਨਾ ਕੋਈ ਸਹੂਲਤਾਂ ਦਿੰਦੇ ਸੀਗੀਆਂ। ਸੋਸ਼ਲ ਸਿਕਿਉਰਿਟੀ ਦੀ ਸਕੀਮ ਜਿਹੜੀ ਆ ਉਹ 1917 ਤੋਂ ਬਾਅਦ ਸ਼ੁਰੂ ਹੋਈ ਆ, ਜੀ ਜਦੋਂ ਇੱਕ ਨਵਾਂ ਸਿਸਟਮ ਆ ਗਿਆ। 91 ਦੇ ਵਿੱਚ ਰਸ਼ੀਆ ਦੇ ਡਾਊਨਫਾਲ ਹੋਣ ਤੋਂ ਬਾਅਦ ਇੱਕ ਸਿੰਗਲ ਕਾਰਨਰ ਬਣ ਗਿਆ ਸੀਗਾ, ਅਮਰੀਕਾ ਮਰਜ਼ੀ ਕਰਨਾ ਪਿਆ ਸੀਗਾ। ਉਹਦੇ ਵਿੱਚ ਜਿਹੜਾ ਅਸੀਂ 84-85 ਦੇ ਵਿੱਚ ਰਾਜੀਵ ਗਾਂਧੀ ਨੇ ਕੋਕਾ ਕੋਲੇ ਪਾਬੰਦੀ ਲਾਈ ਸੀ, 86 ਤੋਂ ਟਰਨ ਉਲਟੀ ਸ਼ੁਰੂ ਹੋ ਗਈ ਡਾਂਕਲ ਤਰੀਵੀਜ਼ਾਂ ਤੋਂ ਬਾਅਦ। 91 ਦੇ ਵਿੱਚ ਮਨਮੋਹਨ ਸਿੰਘ ਜਦੋਂ ਵਿੱਤ ਮੰਤਰੀ ਬਣਿਆ ਤੇ ਉਹਨੇ ਤੇ ਨਰਸਿਮਹਾ ਰਾਓ ਨੇ ਉਹਨਾਂ ਨੀਤੀਆਂ ਨੂੰ ਐਕਸੈਪਟ ਕਰਨਾ ਸ਼ੁਰੂ ਕਰਤਾ। ਜੀ 94 ਦਸੰਬਰ ਦੇ ਵਿੱਚ WTO ਦਾ ਜਿਹੜਾ ਗੈਡ ਦਾ ਐਗਰੀਮੈਂਟ ਹੋਇਆ ਜੀ, ਤੇ ਸਾਈਨ ਸਾਡੀ ਸਰਕਾਰ ਨੇ ਕੀਤੇ ਆ। ਗੈਡ ਦੇ ਵਿੱਚ ਇੱਕ ਕਲੌਜ਼ ਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਆ ਵੀ ਗਵਰਨਮੈਂਟ ਸ਼ੁੱਡ ਨਾਟ ਇੰਟਰਵੀਨ ਇਨ ਮਾਰਕੀਟ ਫੋਰਸਸ, ਮੰਡੀ ਦੀਆਂ ਤਾਕਤਾਂ ਨੂੰ ਮੰਡੀ ਤੇ ਰਹਿਣ ਦਿਓ, ਸਰਕਾਰ ਉਹ 'ਚ ਦਖਲ ਨਾ ਦੇਵੇ। ਜੀ ਉਹ ਮਨਮੋਹਨ ਸਿੰਘ ਦੀ ਸਰਕਾਰ ਕਹਿ ਲਓ ਜਾਂ ਮਨਮੋਹਨ ਸਿੰਘ ਨੂੰ ਆਪਣਾ ਦਿਮਾਗ ਦੇਖ ਲਓ, ਉਹਨੇ ਡਿਲੇ ਕਰਦਿਆਂ ਇਹਨੂੰ 13 ਤੱਕ ਲੈ ਜਾਂਦਾ। ਜੀ 13 ਵਿੱਚ 1 ਰੁਪਏ ਕਣਕ ਵਿੱਚ ਵੰਡੀ ਉਹਨਾਂ ਨੇ ਇਲੈਕਸ਼ਨ 14 ਦੀ ਲਈ। ਉਦੋਂ ਵੀ ਆਨੰਦ ਸ਼ਰਮਾ ਨੂੰ ਸੱਦਿਆ ਸੀ, ਬਾਲੀ 'ਚ ਮੀਟਿੰਗ ਹੋਈ ਸੀ। ਉਹਨਾਂ ਨੇ ਕਿਹਾ ਜੀ ਤੁਸੀਂ ਕੀ ਕਰ ਰਹੇ ਹੋ, ਵਣਜ ਮੰਤਰੀ ਹੋ ਤੁਸੀਂ, ਤੁਹਾਨੂੰ ਤਾਂ ਕਿਹਾ 7 ਤੱਕ ਪੂਰਾ ਕਰੋ। ਉਹ ਇੰਨੇ ਚੁਸਤ ਆ, ਵਰਲਡ ਬੈਂਕ ਵਾਲੇ ਜਾਂ ਅਮਰੀਕਾ ਵਾਲੇ ਤਿੰਨੇ ਹੀ ਫੋਰਸ ਜਿਹੜੀਆਂ ਆ, ਵਰਲਡ ਬੈਂਕ ਆ, ਗੈਟ ਆ, ਕੀ ਤੀਜਾ ਕੀ ਆ ਵਿਸ਼ਵ ਵਪਾਰ ਸੰਸਥਾ, ਉਹਨਾਂ ਨੇ ਇੱਕ ਇੱਦਾਂ ਕੀਤਾ ਵੋਟ ਨਹੀਂ ਕਰਾਉਂਦੇ ਉਹਦੇ ਵਿੱਚ, ਜੀ ਪੀਸ ਕਲਾਸ ਪਾਉਂਦੇ ਆ। ਉਹ 13 ਤੋਂ ਬਾਅਦ ਉਹਨੇ ਜਦੋਂ ਆਨੰਦ ਸ਼ਰਮਾ ਗਿਆ ਉਹਨੇ ਕਹਿੰਦਾ 17 ਦਾ ਕਰ ਦਿਓ। ਇਹ 17 ਡੈਡਲਾਈਨ ਸੀ ਇਹਨਾਂ ਦੀ। ਜੀ ਸ਼ੁਰੂ ਕਾਂਗਰਸ ਵਾਲਿਆਂ ਨੇ ਕੀਤਾ, ਮੋਦੀ ਨੇ ਉੱਥੇ ਪਾਰਲੀਮੈਂਟ ਮੰਨ ਲਿਆ ਗੱਲ ਇਹ ਵੀ ਮਨਮੋਹਨ ਜੀ ਦਾ ਕੰਮ ਮੋਦੀ ਨੂੰ ਕਰਨਾ ਪੈ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਗਈ। ਤੇ ਮਨਮੋਹਨ ਸਿੰਘ ਵੀ ਉਹਦਾ ਜਵਾਬ ਨਹੀਂ ਦਿੱਤਾ। ਜੀ ਈਵਨ ਆਪ ਵਾਲੇ ਜਿਹੜੇ ਕਹਿੰਦੇ ਅਸੀਂ ਲੋਕ ਪੱਖੀ ਹਾਂ, ਆਪ ਵਾਲਿਆਂ ਨੇ ਇਹਦੇ ਖਿਲਾਫ ਕਾਨੂੰਨ ਨਹੀਂ ਪਾਸ ਕੀਤਾ। ਪੰਜਾਬ ਨੇ ਕਰਤਾ, ਰਾਜਸਥਾਨ ਨੇ ਕਰਤਾ, ਛੱਤੀਸਗੜ੍ਹ ਨੇ ਕਰਤਾ, ਕੇਰਲਾ ਨੇ ਕਰਤਾ, ਵਰਕੇ ਪਾੜਿਆ। ਵਰਕੇ ਪਾੜਨਾ ਕਾਨੂੰਨ ਨਹੀਂ ਖਤਮ ਹੁੰਦਾ। ਉਹਦੇ ਖਿਲਾਫ ਮਤਾ ਪਾਉਣ ਨੂੰ ਤਿਆਰ ਨਹੀਂ, ਕਿਉਂਕਿ ਉੱਥੇ ਦੀ 80% ਬਿਜਲੀ ਅਡਾਨੀਆਂ ਬਾਨੀਆਂ ਦੀ ਆ ਦਿੱਲੀ ਦੇ ਵਿੱਚ, ਜਿਹਨਾਂ ਉਹਨਾਂ ਕੋਲ ਪਰਚੇਜ਼ ਕਰਦੇ ਆ। ਇਸ ਕਰਕੇ ਉਹ ਵੀ ਇੱਕ ਦਿਖਾਵੇ ਤੌਰ ਤੇ ਕਰਦੇ ਆ, ਵਿਰੋਧੀ ਨਹੀਂ। ਹੁਣ ਕਾਂਗਰਸ ਵਿਰੋਧੀ ਥੋੜ੍ਹੀ ਆ, ਕਾਂਗਰਸ ਨੇ ਨੀਤੀਆਂ ਲਿਆਂਦੀਆਂ। 11 ਦੇ ਵਿੱਚ ਅਰੁਣ ਜੇਤਲੀ ਜਿਹੜੇ ਸਾਬਕਾ ਵਿੱਤ ਮੰਤਰੀ ਸੀ, ਤੇ ਉਹ ਬੀਬੀ ਸਵਰਗਵਾਸੀ ਸੁਸ਼ਮਾ ਸਵਰਾਜ, ਬੜੀ ਜ਼ੋਰ ਨਾਲ ਉਹਨੇ ਵਿਰੋਧ ਕੀਤਾ ਪਾਰਲੀਮੈਂਟ ਤੇ ਰਾਜ ਸਭਾ ਦੇ ਵਿੱਚ, ਜੀ ਲੋਕ ਸਭਾ ਵਿੱਚ ਵੀ, ਰਾਜ ਸਭਾ ਵਿੱਚ ਵੀ। ਉਹਨਾਂ ਨੇ 11 ਵਾਲਾ ਕੱਢ ਕੇ ਸੁਣਾ ਵੀ ਆ, ਸੁਣੋ ਤੁਹਾਡੇ ਲੀਡਰਾਂ ਦੇ ਬਿਆਨ। ਚਲੋ ਜੀ ਹੁਣ ਤਾਂ ਹੋ ਗਿਆ ਕਿ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ। ਜਦੋਂ ਕਾਂਗਰਸ ਲਿਆਉਂਦੀ ਸੀ, ਬੀਜੇਪੀ ਇੱਕ ਦਿਖਾਵੇ ਤੌਰ ਤੇ ਵਿਰੋਧ ਕਰਦੀ ਸੀ। ਹੁਣ ਬੀਜੇਪੀ ਲਈ ਤੇ ਕਾਂਗਰਸ ਦਿਖਾਵੇ ਤੌਰ ਤੇ ਵਿਰੋਧ ਕਰਦੀ ਆ। ਉਹ ਵੋਟ ਬੈਂਕ ਲਈ ਕਰ ਰਹੇ ਆ, ਨੀਤੀਆਂ ਦਾ ਵਿਰੋਧ ਨਹੀਂ ਕਰ ਰਹੇ। ਪਰ ਸੰਧੂ ਸਾਹਿਬ ਇੱਕ ਚੀਜ਼ ਇਹ ਵੀ ਤੇ ਹੈਗੀ, ਜਦ ਸਰਕਾਰਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਅਸੀਂ ਸਰਕਾਰਾਂ ਚੁਣਦੇ ਆ ਆਪਣੇ ਲਈ, ਅਸੀਂ ਸਰਕਾਰਾਂ ਚੁਣਦੇ ਆ ਕਿ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਸੱਸਿਆਂ ਦੀ ਗੱਲ ਕਰਦੇ ਆ ਅਸੀਂ, ਸਰਕਾਰ 3 ਸੱਸੇ ਮੁਹੱਈਆ ਕਰਵਾਉਂਦੀ ਆ ਲੋਕਾਂ ਨੂੰ, ਸਿਹਤ, ਸੁਰੱਖਿਆ ਤੇ ਸਿੱਖਿਆ। ਇਹ 3 ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਤੇ ਜੇ ਸਰਕਾਰਾਂ ਹੁਣ ਹੌਲੀ-ਹੌਲੀ ਕਰਕੇ ਸਾਰੀਆਂ ਹੀ ਚੀਜ਼ਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇਣ ਲਈ ਤਿਆਰ ਨੇ, ਨਿੱਜੀ ਕੰਪਨੀਆਂ ਦੇ ਹੱਥਾਂ ਦੇ ਵਿੱਚ ਦੇਣ ਲਈ ਤਿਆਰ ਨੇ, ਭਾਵੇਂ ਵਿਸ਼ਵ ਦੀਆਂ ਮਜਬੂਰੀਆਂ ਜਾਂ ਵਿਸ਼ਵ ਦੇ ਵਿੱਚ ਸਥਿਤੀਆਂ ਇਦਾਂ ਦੀਆਂ ਪੈਦਾ ਕਰ ਦਿੱਤੀਆਂ ਗਈਆਂ ਨੇ ਕਿ ਉਹਨਾਂ ਦਾ ਕਰਕੇ ਇਹ ਸਾਰਾ ਕੁਝ ਕਰਨਾ। ਫਿਰ ਕੁੱਲ ਮਿਲਾ ਕੇ ਕਹਿ ਲਈਏ ਕਿ ਜਿਹੜਾ ਅਸੀਂ ਲੋਕਤੰਤਰ ਹਿੱਕ ਠੋਕ ਕੇ ਕਹਿੰਦੇ ਆ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਸਾਡਾ ਭਾਰਤ ਆ, ਉਹ ਤਾਂ ਫਿਰ ਲੋਕਤੰਤਰ ਤਾਂ ਕਿਤੇ ਰਹਿ ਹੀ ਨਹੀਂ ਗਿਆ ਨਾ, ਤੇ ਫਿਰ ਤਾਂ ਉਹ ਤਾਂ ਕਾਰਪੋਰੇਟ ਤੰਤਰ ਹੀ ਬਣਦਾ ਜਾ ਰਿਹਾ ਨਾ ਸਾਰਾ ਚੀਜ਼ਾਂ। ਇਸੇ ਕਰਕੇ 26 ਤਰੀਕ ਰੱਖੀ ਸੀ। 26 ਤਰੀਕ ਗਣਤੰਤਰ ਆ, ਗਣ ਹੁੰਦੇ ਆ ਲੋਕ, ਉਹ ਅਸੀਂ ਤਾਂ ਹੀ ਮਨਾਉਣ ਨੂੰ ਕੀਤਾ ਸੀਗਾ ਵੀ ਇਹ ਗਣਤੰਤਰ ਨਹੀਂ ਰਹਿ ਗਿਆ, ਇਹ ਰਾਜਤੰਤਰ ਰਹਿ ਗਿਆ। ਰਾਜਤੰਤਰ ਵੀ ਨਹੀਂ, ਕਾਰਪੋਰੇਟ ਤੰਤਰ ਬਣ ਗਿਆ। ਤੁਸੀਂ ਜਿਹੜੀਆਂ 3 ਗੱਲਾਂ ਕਹੀਆਂ ਉਹਦੇ ਨਾਲ ਚੌਥੀ ਗੱਲ ਜੋੜ ਲਓ। ਅਸੀਂ ਕਹਿੰਦੇ ਹਾਂ ਸਿਹਤ, ਸਿੱਖਿਆ ਤੇ ਰੁਜ਼ਗਾਰ ਤੇ ਸਿਕਿਉਰਿਟੀ, ਇਹ ਸਰਕਾਰ ਦੀ ਜ਼ਿੰਮੇਵਾਰੀ ਆ। ਉਹ ਸਾਰੀਆਂ ਜ਼ਿੰਮੇਵਾਰੀਆਂ ਛੱਡਦੀਆਂ ਜੀ ਉਹਨੇ। ਈਵਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਕਹਿ ਦਿੱਤਾ ਸੀਗਾ, ਸਰਕਾਰ ਦਾ ਕੰਮ ਇਹ ਸਹੂਲਤਾਂ ਦੇਣਾ, ਸਰਕਾਰ ਦਾ ਕੰਮ ਹੈ ਰਾਜ ਕਰਨਾ। ਪੂੰਜੀਪਤੀ ਪੈਸੇ ਲਾਉਣਗੇ, ਮਜ਼ਦੂਰ ਕੰਮ ਕਰੂਗਾ। ਜੇ ਮਜ਼ਦੂਰ ਕਾਰਖਾਨੇ ਵਿੱਚ ਹੜਤਾਲ ਕਰੂ, ਕਹਾਂਗਾ 500 ਗਜ ਪਿੱਛੇ ਕਰੋ। ਉਹ ਕਾਰਪੋਰੇਟਾਂ ਨੂੰ ਜਾਂ ਵੱਡੇ ਪੂੰਜੀਪਤੀ ਨੂੰ ਸਹਾਇਤਾ ਦੇਣ ਲਈ ਆ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਨਹੀਂ। ਲੋਕ ਤਾਂ ਥਰ ਕੰਬਦੇ ਪੁਲਿਸ ਵੱਲ ਦੇਖ ਕੇ, ਲੋਕਾਂ ਨੂੰ ਲੁੱਟਦੇ ਆ, ਲੋਕਾਂ ਨੂੰ ਕੁੱਟਦੇ ਆ, ਲੋਕਾਂ ਨੂੰ ਪਰੇਸ਼ਾਨ ਕਰਦੇ ਆ। ਉਹ ਤਾਂ ਇੱਕ ਵਾਰੀ ਬੰਬੇ ਹਾਈ ਕੋਰਟ ਨੇ ਕਹਿ ਦਿੱਤਾ ਸੀ ਬੜਾ ਵਧੀਆ, ਇੱਕ ਵਾਰੀ ਇਲਾਹਾਬਾਦ ਨੇ ਕਹਿ ਦਿੱਤਾ ਸੀ, ਪੁਲਿਸ ਇਜ਼ ਏ ਆਰਗੇਨਾਈਜ਼ਡ ਗੈਂਗ ਆਫ ਗੈਂਗਸਟਰ ਗੁੰਡਾਸ। ਇਹ ਇੱਥੋਂ ਤੱਕ ਸਾਹਿਬ ਜੀ ਹਾਈ ਕੋਰਟ ਕਹਿੰਦੀ ਆ ਪੁਲਿਸ ਬਾਰੇ, ਤੇ ਤੁਸੀਂ ਆਹ ਬੰਦਾ ਜਲਾ ਸਕਦੇ। ਇਹ ਗੁਜਰਾਤ ਦੇ ਵਿੱਚ ਜਿਹੜਾ ਗੋਦਰਾ ਕਾਂਡ ਹੋਇਆ ਸੀ, ਉਦੋਂ ਪਹਿਲਾਂ ਰੇਲਵੇ ਵਾਲਾ ਕਾਂਡ ਹੋਇਆ ਸੀਗਾ, ਉਹ ਸਾਰਾ ਮੋਦੀ ਤੇ ਸ਼ਾਹ ਨੇ ਰਲ ਕੇ ਕਰਾਇਆ ਸੀ। ਜਿਹੜਾ ਜੱਜ ਫੈਸਲਾ ਕਰਨ ਵਾਲਾ ਸੀ ਲੋਇਆ, ਉਹਨੂੰ ਮਰਾਤਾ। ਜਿਹੜੇ ਗਵਾਹ ਸੀ ਉਹ ਮਰਾਤੇ, ਕੋਈ ਛੱਡਿਆ ਨਹੀਂ ਜਿਹੜਾ ਉਸ ਫੈਸਲੇ ਨਾਲ ਸੰਬੰਧਿਤ ਬੰਦਾ ਸੀ। ਤੇ ਅੱਜ ਵੀ ਉਹ ਇੱਥੇ ਤਾਂ ਖੜੇ ਆ, ਪਰ ਇਸ ਅੰਦੋਲਨ ਨੇ ਤੁਹਾਡੇ ਸਾਹਮਣੇ ਉਹ ਕਾਲੇ ਧਨ ਨਾਲ ਕੀ ਆ, ਚਿੱਟਾ ਕਰਨਾ ਸੀ, ਕੀ ਉਹਨੂੰ ਕਹਿੰਦੇ ਆ, ਨੋਟਬੰਦੀ, GST, ਲੇਬਰ ਲਾਜ਼, ਉਹ 'ਤੇ ਲੋਕਾਂ ਨੂੰ ਜਿੰਨਾ ਵਿਰੋਧ ਕਰਨਾ ਚਾਹੀਦਾ ਸੀ ਨਹੀਂ ਹੋਇਆ। ਇਸ ਅੰਦੋਲਨ ਜਿਹੜਾ ਕਿਸਾਨਾਂ 'ਤੇ ਹਮਲਾ ਹੋਇਆ, ਹੌਲੀ ਹੌਲੀ ਕਰਦੇ ਸੀ, ਇਹਨਾਂ ਨੇ ਇੱਕਦਮ ਝਟਕਾ ਮਾਰਿਆ,
ਉਹਦੇ ਖਿਲਾਫ ਪੰਜਾਬ ਦੇ ਸਿਆਣੇ ਜਿਹੜੇ ਆ ਪੜ੍ਹੇ ਲਿਖੇ ਕਿਸਾਨ ਲੀਡਰ ਆ ਉਹਨੇ ਮੁੱਦਾ ਚੱਕਿਆ। ਇਸ ਮੁੱਦੇ ਨੂੰ ਜਿੰਨਾ ਹੁੰਗਾਰਾ ਮਿਲਿਆ ਸਾਨੂੰ ਵੀ ਇੰਨੀ ਆਸ ਨਹੀਂ ਸੀ ਵੀ ਐਡੇ ਵੱਡੇ ਪੱਧਰੇ ਮਿਲੂਗਾ। ਇਸ ਸਮੇਂ ਹੋਰ ਕਿੰਨੇ ਲੋਕ ਆਉਣਗੇ ਹੌਲੀ ਹੌਲੀ। ਅਸੀਂ ਸਤੰਬਰ ਤੱਕ ਦਾ ਮੂਡ ਬਣਾਇਆ, ਅਸੀਂ ਘਰ 'ਚ ਮੀਟਿੰਗ ਕੀਤੀ ਸੀ ਜੀ ਵੀ ਆਪਾਂ ਸ਼ੁਰੂ ਕਰੀਏ, ਦੇਖਦੇ ਲੋਕਾਂ ਦਾ ਕੀ ਗਾਰਾ ਮਿਲਦਾ। ਟਰੈਕਟਰ ਮਾਰਚ ਕੀਤਾ, ਬਹੁਤ ਗਾਰਾ ਮਿਲ ਗਿਆ, ਬੱਚੇ ਨੂੰ ਯੂਥ ਬਹੁਤ ਆ ਗਿਆ। ਫਿਰ ਅਸੀਂ 10 ਅਗਸਤ ਨੂੰ ਮੋਟਰਸਾਈਕਲ ਮਾਰਚ ਕੀਤਾ, ਚੇਤਾਵਨੀ ਪੱਤਰ ਦਿੱਤੇ, ਉਹ 'ਚ ਬਹੁਤ ਯੂਥ ਨਿਕਲਿਆ। ਉਹ ਤੋਂ ਹੌਸਲਾ ਮਿਲ ਕੇ ਫਿਰ ਇਹ ਹੌਲੀ ਹੌਲੀ ਵੱਧਦਾ ਨਾਲ ਦੇ ਹਰਿਆਣੇ 'ਚ ਪਹੁੰਚ ਗਿਆ। ਨਾਲ ਫਿਰ ਅਸੀਂ ਸਤੰਬਰ ਵਿੱਚ ਆ ਕੇ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਚਰਚਾ ਸੀਗੀ ਵੀ ਤੁਸੀਂ ਇਹ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਕਰਦੇ। ਫਿਰ ਅਸੀਂ 19 ਸਤੰਬਰ ਨੂੰ ਮੋਗੇ ਮੀਟਿੰਗ ਕੀਤੀ, ਹਰ ਜਥੇਬੰਦੀ ਨੂੰ ਖੁੱਲ੍ਹਾ ਸੱਦਾ ਦਿੱਤਾ ਵੀ ਆਓ, ਕੋਈ ਘੱਟ ਗਿਣਤੀ ਵਾਲਾ ਕੋਈ ਵੱਧ ਗਿਣਤੀ ਵਾਲਾ। ਜਦੋਂ ਇੱਕ ਮੋਰਚਾ ਬਣ ਗਿਆ ਤੇ 25 ਨੂੰ ਜਦੋਂ ਅਸੀਂ ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ, ਬਾ ਕਮਾਲ ਸੱਦਾ ਸੀ ਉਹ, ਜਿਹਦੇ ਵਿੱਚ ਇੱਕ ਵੀ ਟਰਾਂਸਪੋਰਟ, ਇੱਕ ਵੀ ਦੁਕਾਨ, ਇੱਕ ਵੀ ਮਤਲਬ ਕਹਿ ਲਓ ਈਵਨ ਕੋਰਟਾਂ, ਸਭ ਕੁਝ ਬੰਦ ਹੋ ਗਿਆ। ਉਹ ਇਕੱਲਾ ਪੰਜਾਬ 'ਚ ਨਹੀਂ ਰਿਹਾ, ਉਹ 17-18 ਸੂਬਿਆਂ 'ਚ ਹੋ ਗਿਆ। ਉਦੋਂ ਫਿਰ ਲੋਕਾਂ 'ਚ ਇਨਕਰੇਜਮੈਂਟ ਹੋਰ ਆਈ, ਸਾਡੇ 'ਚ ਵੀ ਆਈ ਕੁਦਰਤੀ ਆ। ਅਸੀਂ ਇਹਨੂੰ ਫਿਰ ਹੋਰ ਵਧਾਉਂਦੇ ਦਿੱਲੀ ਵੱਲ ਤੁਰ ਪਏ। ਜੀ ਅੱਛਾ, ਸੰਧੂ ਸਾਹਿਬ ਤੁਸੀਂ ਕਹਿੰਦੇ ਆ ਕਿ ਤੁਹਾਨੂੰ ਵੀ ਉਮੀਦ ਨਹੀਂ ਸੀ ਕਿ ਇਸ ਸਿਖਰ ਤੇ ਜਿਹੜਾ ਇਸ ਪੱਧਰ ਦਾ ਇਹ ਅੰਦੋਲਨ ਹੋਏਗਾ, ਤੇ ਉਮੀਦ ਸਰਕਾਰ ਨੂੰ ਵੀ ਨਹੀਂ ਸੀਗੀ ਕਿ ਇਸ ਤਰੀਕੇ ਨਾਲ ਇਸ ਸਾਡੇ ਕਾਨੂੰਨਾਂ ਦਾ ਵਿਰੋਧ ਹੋਏਗਾ। ਹੁਣ ਜੇ ਦੋਨਾਂ ਨੂੰ ਧਿਰਾਂ ਨੂੰ ਹੀ ਉਮੀਦ ਨਹੀਂ ਸੀਗੀ, ਨਾ ਅੰਦੋਲਨ ਕਰਨ ਵਾਲਿਆਂ ਨੂੰ ਉਮੀਦ ਸੀ, ਨਾ ਅੰਦੋਲਨ ਜਿਹਨਾਂ ਦੇ ਖਿਲਾਫ ਕੀਤਾ ਜਾਣਾ ਸੀ ਉਹਨਾਂ ਨੂੰ ਹੀ ਉਮੀਦ ਸੀ। ਹੁਣ ਇਹ ਵੀ ਉਮੀਦ ਕੀਤੀ ਜਾ ਸਕਦੀ ਕਿ ਜਿਹੜੇ ਇਹਦੇ ਨਤੀਜੇ ਨਿਕਲਣਗੇ ਉਹ ਵੀ ਉਮੀਦ ਤੋਂ ਪਰੇ ਹੋਣਗੇ। ਇਹ ਜਿੱਦਾਂ ਤੁਹਾਨੂੰ ਅਸੀਂ ਕਹਿੰਦੇ ਸਾਨੂੰ ਨਾ ਉਮੀਦੀ ਇਸ ਕਰਕੇ ਸੀ, ਇੱਕ 20 ਸਾਲ ਦਾ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਦੀ ਆਪਸੀ ਲੜਾਈ ਹੋਈ ਹੈ, ਉਹਦੇ ਨਾਲ ਯੂਥ ਉਹਦੇ ਵਿੱਚੋਂ ਕੁਛ ਨਿਕਲਿਆ ਨਹੀਂ। ਠੇਕੇ ਠਾਣੇ ਵੱਧ ਗਏ, ਮਜੂਸੀ ਆਈ ਲੋਕਾਂ ਦੇ ਵਿੱਚ। ਇੱਕ ਪੀੜ੍ਹੀ ਬਿਲਕੁਲ ਮਜੂਸੀ ਦੀ ਜ਼ਿੰਦਗੀ ਬਤੀਤ ਕਰ ਗਈ। ਸਾਡੇ ਜਿਹੜੇ 70ਵੇਂ ਵਾਲੇ ਉਹ ਰਹਿ ਗਏ, ਨਵਾਂ ਯੂਥ ਆ ਨਹੀਂ ਸੀ ਰਿਹਾ। ਨਵਾਂ ਯੂਥ ਜਾਂ ਵਿਦੇਸ਼ ਵੱਲ ਦੇਖਦਾ ਸੀ ਜਾਂ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਸੀ। ਮੈਂ ਮਾਫ ਕਰਨਾ, ਇੱਥੇ ਤੁਹਾਡੀ ਗੱਲ ਕੱਟ ਕੇ ਕਰਨ ਲੱਗਾ। ਮੈਂ ਇੱਦਾਂ ਜਦੋਂ ਵਿਦਵਾਨਾਂ ਨਾਲ ਗੱਲ ਕਰਦਾ, ਮੈਨੂੰ ਦੱਸਿਆ ਕਿ 3 ਪੀੜ੍ਹੀਆਂ ਪੰਜਾਬ ਦੀਆਂ ਮਾਰੀਆਂ ਗਈਆਂ। ਪਹਿਲੀ ਪੀੜ੍ਹੀ ਧਰਮ ਦੇ ਨਾਂ ਤੇ ਬਾਕੀ ਚੀਜ਼ਾਂ ਦੇ ਨਾਂ ਤੇ ਖਤਮ ਕਰ ਦਿੱਤੀ, ਜਿਹੜੀ ਬਚੀ ਸੀ ਉਹਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰ ਦਿੱਤਾ, ਤੇ ਜਿਹੜੀ ਨਵੀਂ ਪੀੜ੍ਹੀ ਆਈ ਉਹ ਵਿਦੇਸ਼ਾਂ ਨੂੰ ਤੋੜ ਦਿੱਤੀ ਇੱਦਾਂ ਦੀ ਹਾਲਾਤ ਕਰਦੇ। ਤੇ ਜੇ ਇਸ ਸੂਬੇ ਦੀਆਂ 3 ਪੀੜ੍ਹੀਆਂ ਇੱਦਾਂ ਮਾਰੀਆਂ ਗਈਆਂ ਹੁਣ, ਤੇ ਉੱਥੇ ਮਾਯੂਸੀ ਹੋਣੀ ਲਾਜ਼ਮੀ ਹੈ। ਇਹੀ ਜਸਵੀਰ ਜੀ ਮੈਂ ਕਹਿੰਦਾ ਵੀ ਅਸੀਂ ਇਸ ਐਂਗਲ ਤੋਂ ਸੀਗੇ ਮਜੂਸ ਵੀ ਸਾਡੀ ਨੌ ਯੂਥ ਤਾਂ ਜਾਂ ਮਾੜੇ ਗਾਣੇ ਮਗਰ ਲੱਗ ਗਿਆ, ਜਾਂ ਨਸ਼ਿਆਂ ਪਿੱਛੇ ਘੜੀਸਿਆ ਗਿਆ, ਜਾਂ ਵਿਦੇਸ਼ਾਂ ਵੱਲ ਨੂੰ ਨਿਗਾਹ ਕਰਕੇ ਬੈਠਾ। ਖੇਤੀ ਵੱਲ ਨੂੰ ਉਹਨਾਂ ਦਾ ਨਿਗਾਹ ਹੀ ਨਹੀਂ ਸੀ, ਕੋਈ ਕਰਨ ਨੂੰ ਤਿਆਰ ਨਹੀਂ ਸੀ। ਵਿਦੇਸ਼ਾਂ ਦੇ ਵਿੱਚ ਜਾਣਾ ਬੰਦ ਹੋ ਗਿਆ। ਇਸ ਦੌਰ ਦੇ ਵਿੱਚ ਨਸ਼ਿਆਂ ਤੋਂ ਲੋਕ ਅੱਕ ਗਏ, ਕਈ ਘਰ ਤਬਾਹ ਹੋ ਗਏ, ਲੋਕ ਚਾਹੁੰਦੇ ਨਹੀਂ ਸੀਗੇ। ਤੁਸੀਂ ਹੈਰਾਨ ਹੋਵੋਗੇ ਵੀ ਉਹੀ ਯੂਥ ਸਾਡੇ ਟਰੈਕਟਰ ਮਾਰ ਜਦੋਂ ਆਇਆ, ਟਰੈਕਟਰ ਸ਼ਿੰਗਾਰ ਕੇ, ਉਹੀ ਯੂਥ ਜਦੋਂ ਮੋਟਰਸਾਈਕਲ ਕੱਢ ਕੇ ਆਇਆ, ਤੁਸੀਂ ਉੱਥੇ ਜਾ ਕੇ ਦੇਖੋ ਬਹੁਤੇ ਮੁੰਡੇ ਨੇ ਨਸ਼ੇ ਛੱਡਦੇ ਆ। ਜਿਹੜੇ ਮੁੰਡੇ ਗੈਂਗਵਾਰ 'ਚ ਫਸ ਗਏ ਸੀ, ਆਪਸੀ ਲੜਾਈਆਂ ਲੜਦੇ ਸੀਗੇ, ਉਹ ਮੈਨੂੰ ਉੱਥੇ ਮੇਰੇ ਜਿੰਨੇ ਕੁ ਬਾਖ ਤਾਂ ਸਾਡੇ ਸਾਰੇ ਹੁੰਦੇ ਆ, ਉਹਨੇ ਆ ਕੇ ਜਦੋਂ ਮੇਰੇ ਗੋਡੀ ਹੱਥ ਲਾਇਆ, ਮੈਨੂੰ ਕਹਿੰਦੇ ਅੰਕਲ ਜੀ ਅਸੀਂ ਇੱਥੇ ਆ ਗਏ ਹਾਂ। ਮੈਂ ਕਿਹਾ ਯਾਰ ਤੁਸੀਂ ਤਾਂ ਹੋਰ ਕੰਮ ਵਾਲੇ ਆ, ਕਿਉਂ ਅੰਕਲ ਜੀ ਜੇ ਤੁਸੀਂ ਚੰਗਾ ਕੰਮ ਦੱਸਿਆ ਸੀ ਕਿਉਂ ਨਾ ਕਰੀਏ। ਸਭ ਤੋਂ ਵਧੀਆ ਸੇਵਾ ਕਰ ਰਹੇ ਆ। ਆਪਸੀ ਲੜਾਈਆਂ ਬੰਦ ਹੋ ਗਈਆਂ, ਨਸ਼ੇ ਬਹੁਤ ਘਟ ਗਏ ਆ, ਚਿੱਟੇ ਵਾਲਾ ਤਾਂ ਕੰਮ ਹੀ ਖਤਮ ਹੋ ਗਿਆ ਜੀ। ਉੱਥੇ ਇੱਕ ਨਵੀਂ ਪੀੜ੍ਹੀ ਨਵੇਂ ਰੂਪ ਦੇ ਵਿੱਚ ਪੈਦਾ ਹੋਈ ਆ, ਜਿਹੜਾ ਸਾਡਾ ਭਵਿੱਖ ਜਿਹੜਾ ਸਵਾਰੂਗੀ, ਜਿਹਦੇ ਵਾਸਤੇ ਅਸੀਂ ਇਹ ਲੜਾਈ ਲੜ ਰਹੇ ਹਾਂ। ਇਦੋਂ ਵੱਡੀ ਗੱਲ ਇਹ ਹੋਗੀ, ਇਹਦੇ ਵਿੱਚੋਂ ਫੈਡਰਲ ਸਿਸਟਮ ਡਿਵੈਲਪ ਹੋਊਗਾ। ਕੇਂਦਰੀਕਰਨ ਜਿਹੜਾ ਹੋ ਰਿਹਾ ਜਾਂ ਹਿੰਦੂ ਰਾਜ ਲਿਆਉਣ ਦੀਆਂ ਸਕੀਮਾਂ ਆ, ਉਹ ਹੁਣ ਨਹੀਂ ਚੱਲਣਗੀਆਂ। ਹੁਣ ਅਸੀਂ ਇਹ ਕਰ ਰਹੇ ਹਾਂ, ਥੋੜ੍ਹੇ ਦਿਨਾਂ ਦੇ ਵਿੱਚ ਕੰਜ਼ਿਊਮਰ ਫੋਰਮ ਬਣਾ ਕੇ ਉਹਦੇ ਵੱਲੋਂ ਲਹਿਰ ਚਲਾਉਣ ਲੱਗੇ ਹਾਂ। ਕਿਉਂਕਿ ਜਿਹੜਾ ਮਜ਼ਦੂਰ ਆ, ਕਿਸਾਨ ਨਾਲੋਂ ਵੀ ਛੇਤੀ ਮਰਨਾ। ਕਿਸਾਨ ਤਾਂ ਹਾਲੇ 10 ਸਾਲ ਕੱਢ ਜਾਊਗਾ, ਉਹਦੀ ਚਲੋ ਨਿੱਜੀ ਜਾਇਦਾਦ ਹੈਗੀ ਆ। ਜਿਹੜਾ ਦਿਹਾੜੀ ਤੇ ਜੀ ਰਿਹਾ ਉਹ ਕਿੱਥੋਂ ਖਾਊਗਾ ਵਿਚਾਰਾ, ਇੰਨਾ ਮਹਿੰਗਾ ਸਮਾਨ ਲੈ ਕੇ ਨਹੀਂ ਖਾ ਸਕਦਾ। ਖੇਤਾਂ ਦੀ ਪੈਦਾਵਾਰ ਤਾਂ ਉਹ ਕਈ ਵਾਰੀ ਰਲ ਮਿਲ ਕੇ ਕਰ ਲੈਂਦੇ ਅਸੀਂ, ਉਹ ਹੱਥ ਵਟਾ ਦਿੰਦੇ ਆ, ਉਹ ਕੰਮ ਬੰਦ ਹੋ ਜਾਣਾ। ਅਤੇ ਅਸੀਂ ਉਹ ਕੰਜ਼ਿਊਮਰ ਫੋਰਮ ਦੇ ਨਾਂ 'ਤੇ ਥੋੜ੍ਹੇ ਦਿਨਾਂ 'ਚ ਕਰ ਰਹੇ ਹਾਂ। ਸ਼ਾਇਦ 1-2 ਦਿਨਾਂ ਵਿੱਚ ਕਨਵੈਨਸ਼ਨ ਰੱਖੀ ਹੈ ਜਲੰਧਰ, ਫਿਰ ਦੂਜੀਆਂ ਪਾਰਟੀਆਂ ਨਾਲ ਗੱਲਬਾਤ ਕਰਕੇ, ਦੂਜੀਆਂ ਜਥੇਬੰਦੀਆਂ ਕਰਕੇ ਕੋਈ ਵੱਡਾ ਡੈਮੋਸਟ੍ਰੇਸ਼ਨ ਰੱਖਾਂਗੇ। ਉਸ ਮਾਮਲੇ ਦੇ ਵਿੱਚ ਵੀ ਕਦਮ ਵਧਾਏ ਜਾਣਗੇ। ਤੇ ਇਸੇ ਗੱਲੋਂ ਤੇ ਸਰਕਾਰ ਡਰਦੀ ਆ, ਉਹ ਕਹਿੰਦੀ ਅੱਜ ਤੁਹਾਡੀਆਂ ਮੰਗਾਂ ਮੰਨ ਲਈਆਂ, ਕੱਲ੍ਹ ਹੋਰ ਬਹੁਤ ਸਾਰੇ ਉੱਠ ਕੇ ਆਉਣਗੇ। ਕਿਉਂਕਿ ਇਸ ਅੰਦੋਲਨ ਨੇ ਤਾਂ ਇੱਕ ਨਵਾਂ ਹੰਭਲਾ ਦੇ ਦਿੱਤਾ ਆ ਲੋਕਾਂ ਨੂੰ, ਇੱਕ ਉਦਾਹਰਣ ਦਿੱਤੀ ਹੈ ਕਿ ਇੰਜ ਵੀ ਕੀਤੇ ਜਾ ਸਕਦੇ ਨੇ ਅੰਦੋਲਨ। ਸੰਧੂ ਸਾਹਿਬ, ਬਹੁਤ ਸਾਰੇ ਲੋਕ ਜਥੇਬੰਦੀਆਂ ਵੱਲ ਨਜ਼ਰਾਂ ਟੱਡੀ ਦੇਖ ਰਹੇ ਨੇ
ਖਾਸ ਤੌਰ ਤੇ 26 ਤਰੀਕ ਨੂੰ ਜਿਹੜਾ ਘਟਨਾਕ੍ਰਮ ਵਾਪਰਿਆ ਸੀਗਾ ਉਹਦੇ ਤੋਂ ਬਾਅਦ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ, ਬਹੁਤ ਸਾਰੇ ਲਾਪਤਾ ਦੱਸੇ ਜਾ ਰਹੇ ਆ। ਉਹਨਾਂ ਲਾਪਤਾ ਦਾ ਪਤਾ ਕਿਵੇਂ ਜਥੇਬੰਦੀਆਂ ਲਗਾ ਰਹੀਆਂ ਨੇ, ਜਿਹੜੇ ਜੇਲ੍ਹਾਂ ਦੇ ਅੰਦਰ ਡੱਕੇ ਹੋਏ ਆ ਉਹਨਾਂ ਦੀ ਰਿਹਾਈ ਦੇ ਕਿਹੋ ਜਿਹਾ ਪ੍ਰਬੰਧ ਕੀਤੇ ਜਾ ਰਹੇ ਜਥੇਬੰਦੀਆਂ ਦੇ ਵੱਲੋਂ, ਉਹ ਜਿੰਨੀ ਉਮੀਦ ਤੁਹਾਡੇ ਤੇ ਇਸ ਅੰਦੋਲਨ ਨੂੰ ਲੈ ਕੇ ਲਾਈ ਜਾ ਰਹੀ ਹੈ, ਉਨੀ ਕੁ ਉਮੀਦ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਵੀ ਲਾਈ ਬੈਠੇ ਆ। ਜਥੇਬੰਦੀਆਂ ਇਸ ਵੇਲੇ ਉਸ ਮਾਮਲੇ 'ਚ ਕੀ ਕੁਝ ਕਰ ਰਹੀਆਂ ਨੇ? ਅਸੀਂ ਇੱਕ 5 ਮੈਂਬਰਾਂ ਦੀ ਕਮੇਟੀ ਬਣਾਈ ਹੈ ਜੀ, ਇੱਕ ਮੁੰਡਾ ਗੁਰਦਾਸਪੁਰ ਤੋਂ ਤੇ 4 ਵਕੀਲ ਆ ਉਹਦੇ ਨਾਲ ਜੀ। ਅਸੀਂ ਪੇਮੈਂਟ ਸਾਰੀ ਜਿਹੜੀ ਜਿੱਥੇ ਵੀ ਕਰਨੀ ਪਵੇ ਉਹ ਕਮੇਟੀ ਕਰਦੀ ਆ, ਪਰ ਉਹ ਖਰਚਾ ਸਾਡੇ ਤੋਂ ਕੋਈ ਨਹੀਂ ਲੈ ਰਿਹਾ। ਵਕੀਲ ਆਪਣੇ ਖਰਚੇ ਤੇ ਆਪ ਕਰਦੇ ਆ, ਫ੍ਰੀ ਵਕੀਲ ਹੈ ਸਾਡੇ ਕੋਲ। ਜੇ ਕੋਈ ਖਰਚਾ ਵੀ ਲਊਗਾ ਤਾਂ ਪੈਸੇ ਦੇਵਾਂਗੇ। ਅਸੀਂ ਉਹਨਾਂ ਦਾ 5 ਦੇ ਨਾਂ ਦੇਤੇ ਆ, ਫੋਨ ਜਿਹੜੇ ਆ ਸਾਡਾ IT ਸੈੱਲ ਆ ਉਹ 'ਤੇ ਪਾਤੇ ਆ। ਸਾਨੂੰ ਉਹਦੇ ਵਿੱਚੋਂ 29 ਦੀ ਲੈਸੀ ਗੁੰਮ ਹੋਇਆਂ ਦੀ, ਉਹਦੇ 11 ਸਾਨੂੰ ਮਿਲ ਗਏ ਆ ਜੀ। 18 ਰਹਿੰਦੇ ਆ, ਉਹ ਵੀ ਥੋੜ੍ਹੇ ਦਿਨਾਂ ਪਤਾ ਲੱਗ ਜੂ। ਕੁਛ ਉਹਦੇ ਵਿੱਚੋਂ ਇੱਦਾਂ ਦੀ ਸਾਨੂੰ ਸ਼ੱਕ ਲੱਗਦੀ ਆ ਵੀ ਕਈ ਲੋਕ ਡਰਦੇ ਮਾਰੇ ਘਰ ਬੈਠੇ ਆ ਵੀ ਪੁਲਿਸ ਸਾਡੇ ਕੋਲ ਛਾਪਾ ਨਾ ਮਾਰ ਦੇਵੇ, ਉਹ ਐਕਸਪੋਜ਼ ਨਹੀਂ ਹੋਣਾ ਚਾਹੁੰਦੇ। ਸੰਭਾਵਨਾ ਜ਼ਿਆਦਾ ਇਹ ਆ, ਪਰ ਇਲੀਗਲ ਡਿਟੈਂਸ਼ਨ ਕਿਸੇ ਦੀ ਨਹੀਂ, ਇਹ ਕਨਫਰਮ ਕਰ ਲਿਆ ਸੀ। ਕੋਈ ਕਿਸੇ ਥਾਣੇ 'ਚ ਨਹੀਂ ਇੱਦਾਂ ਬਿਠਾਇਆ ਕਿਸੇ ਨੂੰ ਵੀ। ਤੇ ਜਿਹੜੇ ਅੰਦਰ ਆ ਉਹ 122 ਆ, ਪਹਿਲਾਂ 115 ਸੀ, 7 ਨਹੀਂ ਹੋਰ ਫੜ ਲਏ ਆ, 122 ਅੰਦਰ ਆ। ਉਹਨਾਂ ਦਾ ਕੇਸ ਅਸੀਂ ਕਹਿਤਾ ਵਕਾਲਤਨਾਮਾ ਦਿਓ, ਕੇਸ ਅਸੀਂ ਲੈਣਾ, ਕਿਉਂਕਿ ਉਹਦਾ ਖੂਨ ਦਾ ਰਿਸ਼ਤਾ ਚਾਹੀਦਾ ਵਕਾਲਤਨਾਮੇ ਲਈ। ਵਕੀਲ ਸਾਡੇ ਫਰੀ ਕੇਸ ਲੜਨਗੇ। ਉਹ ਬਿਲਕੁਲ ਉਹ ਦੂਜੀ ਮੁਲਾਕਾਤ ਵੀ ਕਰਕੇ ਆਏ ਤਿਹਾੜ ਜੇਲ੍ਹ 'ਚ। ਮੁਲਾਕਾਤਾਂ ਕਰੋਨਾ ਕਰਕੇ ਸਿੱਧੀ ਮੁਲਾਕਾਤ ਬੰਦ ਕੀਤੀ ਆ, ਵੀਡੀਓ ਕਾਨਫਰੰਸ ਰਾਹੀਂ ਮੁਲਾਕਾਤਾਂ ਕਰਕੇ ਆਏ ਆ। ਸਾਡਾ ਇੱਕ ਸੈਂਟਰ ਸਾਡਾ ਚੱਲਦਾ ਜੀ, ਇੱਕ ਸੈਂਟਰ ਸ਼੍ਰੋਮਣੀ ਕਮੇਟੀ ਨੇ ਬਣਾਇਆ ਵਕੀਲਾਂ ਦਾ, ਇੱਕ ਪੰਜਾਬ ਸਰਕਾਰ ਨੇ ਬਣਾਤਾ। ਸਾਡੇ ਕੋਲ ਵੀ 250-300 ਵਕੀਲਾਂ ਨੇ ਆਫਰ ਕੀਤਾ ਵੀ ਅਸੀਂ ਫਰੀ ਸਰਵਿਸ ਦੇਣ ਨੂੰ ਤਿਆਰ ਹਾਂ। ਮੋਗੇ ਤੋਂ ਗਏ ਆ, ਮੋਹਾਲੀ ਤੋਂ ਗਏ ਆ, ਹਾਈ ਕੋਰਟ ਤੋਂ ਬੱਸ ਭਰ ਕੇ ਗਏ ਆ। ਬਹੁਤ ਸਾਡੀ ਹਮਾਇਤ ਹੋ ਰਹੀ ਹੈ ਵਕੀਲਾਂ ਵੱਲੋਂ ਵੀ। ਉਹ ਅਸੀਂ ਬਿਲਕੁਲ ਫਰੀ ਕੇਸ ਲੜਾਂਗੇ। ਬਹੁਤ ਚੰਗੀ ਗੱਲ ਹੈ। ਔਰ ਖਾਸ ਤੌਰ ਤੇ ਬਹੁਤ ਸਾਰੇ ਵਕੀਲ ਜਿਹੜੇ ਆਪ ਮੁਹਾਰੇ ਆ ਰਹੇ ਆ ਅੱਗੇ ਸੇਵਾਵਾਂ ਦੇਣ ਲਈ, ਉਹ ਹੋਰ ਵੀ ਜ਼ਿਆਦਾ ਬਿਹਤਰ ਗੱਲ ਕਹੀ ਜਾ ਸਕਦੀ। ਇੱਕ ਚੀਜ਼ ਹੋਰ ਸੰਧੂ ਸਾਹਿਬ, ਜਦੋਂ ਅਸੀਂ 26 ਤਰੀਕ ਦੇ ਘਟਨਾਕ੍ਰਮ ਦੀ ਗੱਲ ਕਰਦੇ ਹਾਂ ਤੇ ਇੰਨੀ ਪਰਪੱਕ ਤਰੀਕੇ ਨਾਲ ਰਹਿਨੁਮਾਈ ਕੀਤੀ ਜਾ ਰਹੀ ਸੀ ਜਥੇਬੰਦੀਆਂ ਦੇ ਵੱਲੋਂ, ਬੜਾ ਖੂਬਸੂਰਤ ਤਰੀਕੇ ਨਾਲ ਚੱਲਦਾ ਪਿਆ ਸੀ, ਸਿਖਰ ਵੱਲ ਵਧਿਆ ਹੋਇਆ ਸੀਗਾ। ਔਰ ਇੰਜ ਵੀ ਲੱਗਦਾ ਸੀ ਕਿ ਸ਼ਾਇਦ 26 ਤਰੀਕ ਵਾਲੀ ਜਿਹੜੀ ਕਿਸਾਨ ਪਰੇਡ ਹੋਏਗੀ ਉਹਨੇ ਇੰਨਾ ਕੁ ਦਬਾਅ ਬਣਾ ਦੇਣਾ ਸਰਕਾਰ ਦੇ ਉੱਤੇ ਕਿ ਥੋੜ੍ਹੇ ਦਿਨਾਂ ਦੇ ਵਿੱਚ ਮਸਲਾ ਹੱਲ ਹੋਇਆ ਹੀ ਲਿਓ। ਪਰ 26 ਤਰੀਕ ਨੂੰ ਜਿਹੜੀ ਘਟਨਾਕ੍ਰਮ ਵਾਪਰੇ ਆ, ਉਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਵੱਲੋਂ ਕਿਤੇ ਕਮੀ ਰਹਿ ਗਈ, ਜਥੇਬੰਦੀਆਂ ਵੱਲੋਂ ਕਿਤੇ ਕੋਈ ਕਮੀ ਰਹਿ ਗਈ, ਜਾਂ ਫਿਰ ਜਿਹੜੀ ਸਰਕਾਰ ਸੀ ਉਹਦੀ ਵਿਉਂਤਬੰਦੀ ਇੱਦਾਂ ਦੀ ਸੀਗੀ ਕਿ ਉਹ ਸਾਰੀਆਂ ਚੀਜ਼ਾਂ ਤਾਰ-ਪੀੜੋ ਕਰਕੇ ਇੱਕ ਸਮਾਂ ਇੱਦਾਂ ਦਾ ਵੀ ਆ ਗਿਆ ਕਿ ਉਸ ਤੋਂ ਬਾਅਦ ਲੱਗਾ ਕਿ ਹੁਣ ਸਾਰਾ ਕੁਝ ਖਤਮ ਹੋ ਗਿਆ? ਉਹ ਵੱਖਰੀ ਗੱਲ ਹੈ ਕਿ ਰਕੇਸ਼ ਟਕੈਤ ਹੋਰਾਂ ਦੇ ਹੰਝੂ ਡਿੱਗਦੇ ਆ, ਉਹ ਇਸ ਅੰਦੋਲਨ ਦੁਬਾਰਾ ਫਿਰ ਇਸ ਜ਼ਮੀਨ ਨੂੰ ਸਿੰਜ ਦਿੰਦੇ ਆ ਕਿ ਦੁਬਾਰਾ ਫਿਰ ਅੰਦੋਲਨ ਦੀ ਲਹਿ ਲਹਾਉਂਦੀ ਫਸਲ ਜਿਹੜੀ ਇਹਦੇ ਵਿੱਚ ਨਜ਼ਰ ਆਉਂਦੀ ਹੈ। 26 ਤਰੀਕ ਦੇ ਵਿੱਚ ਖਾਮੀ ਕਿੱਥੇ ਤੁਸੀਂ ਮਹਿਸੂਸ ਕਰਦੇ ਕਿ ਉਹ ਸਾਰਾ ਕੁਝ ਹੋਇਆ ਵਾਪਰਿਆ? ਸਾਡੀ ਤਿਆਰੀ ਬਿਲਕੁਲ ਠੀਕ ਸੀਗੀ ਜੀ, ਕੋਈ ਉਹ ਸ਼ੱਕ ਨਹੀਂ, ਵੈਲ ਆਰਗੇਨਾਈਜ਼ ਸੀਗਾ। ਅਸੀਂ 8 ਮਹੀਨੇ ਅੰਦੋਲਨ ਚਲਾਇਆ, ਕਿਸੇ ਥਾਂ ਤੇ ਇੱਕ ਟਾਹਣੀ ਨਹੀਂ ਤੋੜੀ ਕਿਸੇ ਨੇ, ਕਿਸੇ ਥਾਂ ਤੇ ਬੱਟਾ ਨਹੀਂ ਮਾਰਿਆ। ਸਾਨੂੰ ਇੱਕ ਵਾਰੀ ਕਹਿਣ ਲੱਗੇ ਪਿਊਸ਼ ਗੋਇਲ ਵੀ ਗੱਡੀਆਂ ਤਾਂ ਮੈਂ ਚਲਾ ਦੇਵਾਂ, ਤੁਹਾਡੇ ਬੱਟੇ ਮਾਰਨਗੇ। ਅਸੀਂ ਕਿਹਾ ਬੱਚੇ ਸਾਡੇ ਆ, ਤੁਹਾਡੇ ਨਹੀਂ। ਰੇਲਵੇ ਸਾਡੀ ਆ, ਕੱਲ੍ਹ ਨੂੰ ਅਸੀਂ ਕੈਪਚਰ ਕਰ ਜਾਵਾਂਗੇ, ਤੁਸੀਂ ਕਿਹੜੇ ਬੈਠੇ ਰਹਿਣਾ। ਸਟੇਟ ਬਦਲਦੀ ਰਹਿੰਦੀ ਆ, ਪਰ ਜਿਹੜੀ ਪਬਲਿਕ ਪ੍ਰਾਪਰਟੀ ਲੋਕਾਂ ਦੀ ਆ, ਅਸੀਂ ਬਿਲਕੁਲ ਨੁਕਸਾਨ ਨਹੀਂ ਕਰਾਂਗੇ। ਜੇ ਕੱਲ੍ਹ ਨੂੰ ਮੰਨ ਲਓ ਸਾਡਾ ਹੀ ਰਾਜ ਆ ਜਾਵੇ, ਮੰਨ ਲਓ, ਤੇ ਪਾਰਲੀਮੈਂਟ ਇਹੀ ਵਰਤ ਹੋਣੀ ਆ, ਅਸੀਂ ਕਿਉਂ ਹਟਾਵਾਂਗੇ ਉਹਨੂੰ? ਅਸੀਂ ਹੁਣ ਡਿਸਟਰੋਏ ਕੀ ਕਰਾਂਗੇ? ਇਹੀ ਰੇਲਵੇ ਸਾਡਾ ਸਾਧਨ ਆ, ਘੱਟ ਕਿਰਾਏ 'ਤੇ ਲੋਕ ਜਾ ਸਕਦੇ ਆ, ਸਭ ਤੋਂ ਵਧੀਆ ਸਾਧਨ ਆ। ਅਸੀਂ ਕੁਛ ਨਹੀਂ ਹੋਇਆ, ਪਰ ਪਲਾਨ ਸਰਕਾਰ ਦੀ ਇੰਨੀ ਡੂੰਘੀ ਆ, ਉਹਦੇ ਬਾਰੇ ਅਸੈਸ ਨਹੀਂ ਕਰ ਸਕੇ। ਉਹਨਾਂ ਨੇ ਪਲਾਂਟ ਬੰਦੇ ਕੀਤੇ ਹੋਏ ਸੀ ਪਹਿਲਾਂ, ਇੱਕ ਜਥੇਬੰਦੀ ਨਾਲ ਅਗੇਟਮੈਂਟ ਕੀਤੀ ਹੋਈ ਸੀ, ਉਹ ਹੁਣ ਪਤਾ ਲੱਗਦਾ, ਬਾਅਦ 'ਚ ਪਹਿਲਾਂ ਨਹੀਂ ਸੀ ਪਤਾ। ਰਾਤ ਨੂੰ 10 ਵਜੇ ਮੀਟਿੰਗ ਕਰਕੇ ਗਏ ਉਹਨਾਂ ਨਾਲ, ਫਿਰ ਤੁਸੀਂ 3 ਘੰਟੇ ਪਹਿਲਾਂ ਤੁਰੇ, ਤੁਹਾਨੂੰ ਕੋਈ ਨਹੀਂ ਰੋਕੂਗਾ। ਲੋਕਾਂ ਨੇ ਭੇਡ ਚਾਲਾਂ ਮਗਾ ਤੁਰੇ ਆਉਣਾ, ਉਹ ਤਾਂ ਅਸੀਂ ਲੋਕ ਰੋਕ ਲਏ। ਉਹਨਾਂ ਦਾ ਪਲਾਨ ਇਹ ਸੀਗਾ ਵੀ ਇੱਕ ਵਾਰੀ ਦਿੱਲੀ ਵਿੱਚ ਝਗੜਾ ਕਰਾਓ, ਉੱਧਰੋਂ RS ਦੇ ਬੰਦੇ ਹਮਲਾ ਕਰਨਗੇ, ਸਾਡੇ ਕਿਸਾਨਾਂ ਦੀ ਭੀੜ ਦੇ ਵਿੱਚੋਂ 2-4 ਫਾਇਰ ਕੀਤੇ ਜਾਣਗੇ ਪੁਲਿਸ ਵੱਲ ਨੂੰ, ਪੁਲਿਸ ਉੱਧਰੋਂ ਫਾਇਰ ਖੋਲੂਗੀ, ਉਹਦੇ 500-700 ਬੰਦਾ ਮਰੂਗਾ ਤੇ ਮੁੜ ਕੇ ਹਿੰਦੂ ਸਿੱਖ ਦਾ ਝਗੜਾ ਫਿਰ ਖੜਾ ਕਰ ਦਾਂਗੇ। ਇਹ ਸੀ ਉਹਨਾਂ ਦੀ ਪਲਾਨ। ਉਹ ਤਾਂ ਕਾਮਯਾਬ ਅਸੀਂ ਨਹੀਂ ਹੋਣ ਦਿੱਤਾ ਇਸ ਕੰਮ ਵਿੱਚ, ਪਰ ਸਾਡਾ ਜਿਹੜਾ ਸ਼ੋਅ ਕਰਨਾ ਸੀਗਾ ਉਹ 'ਚ ਅਸੀਂ ਉਦੋਂ ਕਾਮਯਾਬ ਨਹੀਂ ਹੋ ਸਕੇ, ਬਚਾਅ ਹੋ ਗਿਆ। ਜਿਹੜੀ ਕੈਜੂਅਲਟੀ ਸਰਕਾਰ ਚਾਹੁੰਦੀ ਸੀ ਉਹ ਤੋਂ ਅਸੀਂ ਬਚ ਗਏ। ਉਹ ਜਿਹੜਾ ਝੰਡਾ ਚਲਾਉਣਾ ਕੋਈ ਐਡੀ ਵੱਡੀ ਨਹੀਂ ਸੀ ਗੱਲ, ਜਿਹਨੂੰ ਐਡਾ ਹਊਆ ਬਣਾਤਾ। ਹਰਿਆਣੇ ਦੇ ਲੋਕਾਂ ਨੂੰ ਬੜਾ ਗੁੱਸਾ ਆ ਗਿਆ ਜੀ ਉਸ ਦਿਨ। ਹਰਿਆਣੇ ਦੀਆਂ 22 ਪੰਚਾਇਤਾਂ ਨੇ ਬੰਦੇ ਵਾਪਸ ਬੁਲਾ ਲਿਆ ਸੀ। ਉਹਨੇ ਕਹਿੰਦਾ ਨੈਸ਼ਨਲ ਫਲੈਗ ਦਾ ਨੁਕਸਾਨ ਕਰਤਾ, ਨੈਸ਼ਨਲ ਫਲੈਗ ਦਾ ਨੁਕਸਾਨ ਕਰਤਾ। ਅਸੀਂ ਬੜਾ ਜ਼ੋਰ ਪਾਇਆ। ਮੈਂ 26 ਨੂੰ ਹੀ 2:30 ਵਜੇ ਬਾਈਟ ਪਾਤੀ ਸੀ, ਵੀਡੀਓ ਪਾਤੀ ਆਪਣੇ ਕੋਲੋਂ ਕਰਕੇ। ਉਹਨਾਂ ਬੈਨੀਫਿਟ ਇਹ ਹੋ ਗਿਆ ਵੀ ਲੋਕ ਮੁੜਨੋਂ ਬੰਦ ਹੋ ਗਏ। 27 ਦੀ ਸਟੇਜ ਅਸੀਂ ਇਮੀਡੀਏਟਲੀ ਕੈਪਚਰ ਕਰਕੇ, ਮਤਲਬ ਉੱਤੇ ਜਾ ਕੇ ਬੜਾ ਲੋਕਾਂ ਨੂੰ ਹੌਸਲਾ ਦਿੱਤਾ ਵੀ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਖੜੇ ਹਾਂ। ਉਹ 27 ਨੂੰ ਸਟੇਬਲ ਹੋ ਗਏ 2 ਬਾਰਡਰ ਜੀ। ਉਹਨਾਂ ਨੇ 28 ਨੂੰ 2 ਬਾਰਡਰ ਖਾਣ ਦੀ ਕੋਸ਼ਿਸ਼ ਕੀਤੀ, ਮਗਰੋਂ ਸਾਡੇ ਵੱਲ ਨੂੰ ਵੀ ਆ ਸਕਦੇ ਸੀ,
ਪਲਵਲ ਦਾ ਉਹਨੇ ਠਾਲ ਦਿੱਤਾ, ਜਿਹੜਾ ਗਾਜ਼ੀਪੁਰ। ਗਾਜ਼ੀਪੁਰ ਹਟਾਉਣਾ ਚਾਹੁੰਦੇ ਸੀ। ਪਰ ਉੱਥੇ ਚੰਗਾ ਇਹ ਹੋਇਆ ਵੀ ਇੱਕ ਦੂਜੇ ਨਾਲ ਤਾਲਮੇਲ ਹੁੰਦਾ। ਇੱਕ ਟਾਈਮ ਤੇ ਟਕੈਤ ਸਾਹਿਬ ਨੇ ਫੈਸਲਾ ਕਰ ਲਿਆ ਮੈਂ ਅਰੈਸਟ ਇਹਨਾਂ ਵੀ ਲੋਕਾਂ ਦੇ ਕੁੱਟ ਨਾ ਪਵੇ। ਜੀ ਫੈਸਲਾ ਲੀਡਰ ਨੂੰ ਇੱਕਦਮ ਕਰਨਾ ਪੈਂਦਾ। ਫਿਰ ਜਥੇਬੰਦੀਆਂ ਨਾਲ ਉਹਨਾਂ ਨਾਲ ਕੰਟੈਕਟ ਹੋਇਆ, ਜਥੇਬੰਦੀ ਕਹਿੰਦਾ ਬਿਲਕੁਲ ਨਾ ਕਰਿਓ, ਅਸੀਂ ਆਵਾਂਗੇ ਇੱਥੇ, ਤੁਸੀਂ ਕਹੋ ਸਾਨੂੰ ਸਾਰਿਆਂ ਨੂੰ ਫੜੋ, ਨਾਕਾਂ ਨਹੀਂ ਟੁੱਟਣ ਦੇ। ਉਸ ਵੇਲੇ ਜਿਹੜਾ ਉਹਨਾਂ ਦਾ ਜਜ਼ਬਾਤੀ ਹੰਝੂ ਸੀਗੇ, ਭਾਵਨਾਕ ਹੰਝੂ ਸੀ, ਕੋਈ ਉੱਦਾਂ ਹੰਝੂ ਨਹੀਂ ਸੀ, ਰੋਣ ਵਾਲੇ ਨਹੀਂ ਸੀ, ਭਾਵਨਾਕ ਦੇ ਸੀਗੇ। ਉਸ ਭਾਵਨਾ ਦੇ ਹੰਝੂਆਂ ਨੇ ਯੂਪੀ ਨਾਲੋਂ ਵੀ ਹਰਿਆਣੇ ਨੂੰ ਪਹਿਲਾਂ ਜਗਾਤਾ। ਰਾਤ ਨੂੰ ਕੰਡੇਲਾ ਵਾਲੇ ਰਾਤ ਨੂੰ ਜੀਂਦ ਚੰਡੀਗੜ੍ਹ ਰੋਡ ਰੋਕਤੀ ਜੀ, ਰਾਤ ਨੂੰ 2 ਵਜੇ 3 ਵਜੇ ਲੋਕ ਉੱਥੇ ਪਹੁੰਚ ਗਏ ਤੇ ਉਹ ਦੁਬਾਰਾ ਭਰਨਾ ਸ਼ੁਰੂ ਹੋ ਗਿਆ ਤੇ ਸਰਕਾਰ ਪਿੱਛੇ ਹਟ ਗਈ। ਉਹਦੇ ਨਾਲ ਫਿਰ ਉੱਤਰਾਖੰਡ ਯੂਪੀ ਤੋਂ ਜਿਹੜੇ ਟਰੈਕਟਰ ਮੁੜ ਕੇ ਜਾ ਰਹੇ ਸੀ ਵਾਪਸ ਆ ਗਏ। ਤੇ ਉਹਨਾਂ ਨੇ ਇਹ ਸੋਚਿਆ, ਉਹਨੇ ਨਾਲ ਸੱਦਾ ਇੱਦਾਂ ਦਾ ਦਿੱਤਾ ਜਜ਼ਬਾਤੀ ਵੀ ਜਿੰਨਾ ਚਿਰ ਤੱਕ ਮੇਰੇ ਗਾँव 'ਚ ਪਾਣੀ ਨਹੀਂ ਆਤਾ ਮੈਂ ਪਾਣੀ ਨਹੀਂ ਪੀਊਂਗਾ। ਤੇ ਕਿੰਨੇ ਪਿੰਡਾਂ ਦੀਆਂ ਗਾਗਰਾਂ ਫਿਰ ਪਾਣੀ ਦੀਆਂ ਆ ਗਈਆਂ। ਇੱਕ ਜਜ਼ਬਾਤੀ ਤੌਰ 'ਤੇ ਲੋਕ ਜੁੜੇ। ਉਹਦੇ ਨਾਲ ਸਾਡਾ ਜਿਹੜਾ 24 ਘੰਟੇ ਦੇ ਵਿੱਚ ਸਾਡਾ ਐਤਵਾਰ ਹੋ ਗਿਆ, ਲੋਕ ਉਨੇ ਹੋ ਗਏ। ਹੁਣ ਇਸ ਵੇਲੇ ਸਵਾਇਲ ਹੋ ਗਿਆ ਪਹਿਲਾਂ ਨਾਲੋਂ ਜੀ। ਉਦੋਂ ਬਾਅਦ ਹੁਣ ਅਸੀਂ ਜਾਗਰੂਕਤਾ ਮੁਹਿੰਮ ਚਲਾਈ ਆ ਵੀ ਬੀਜੇਪੀ ਨੂੰ ਪੰਜਾਬ ਹਰਿਆਣਾ ਤਾਂ ਪਿੰਡਾਂ 'ਚ ਬਣਨਾ ਬੰਦ ਕਰਤਾ। ਯੂਪੀ ਦੇ ਇਲੈਕਸ਼ਨ ਮੂਹਰੇ ਆ ਰਹੀ ਆ। ਰਾਜਸਥਾਨ ਦੇ ਟੋਲ ਪਲਾਜ਼ੇ ਕੱਲ੍ਹ ਤੋਂ ਟੋਟਲ ਬੰਦ ਹੋ ਗਏ, 6 ਜ਼ਿਲ੍ਹਿਆਂ ਦੇ ਪਹਿਲਾਂ ਬੰਦ ਸੀਗੇ। ਪੰਜਾਬ ਹਰਿਆਣੇ ਦੇ ਪਹਿਲਾਂ ਟੋਲ ਪਲਾਜ਼ੇ ਬੰਦ ਆ, ਕਾਰਪੋਰੇਟ ਘਰਾਣਿਆਂ ਦੇ ਸਟੋਰ ਬੰਦ ਆ। ਇਹ ਕਈ ਕੁਛ ਹੋ ਰਿਹਾ ਤੁਹਾਡੇ ਸਾਹਮਣੇ। ਜੀਓ ਦੇ ਟਾਵਰ ਕਿੰਨਾ ਨੁਕਸਾਨ ਹੋਇਆ, ਉਹਦਾ ਮਤਲਬ ਕਹਿ ਲਓ ਬੰਦ ਕਰਤੇ ਲੋਕਾਂ ਨੇ ਮਤਲਬ ਸਿਮ ਬਦਲ ਲਿਆ। ਉਹਨੇ ਪੋਰਟਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਲੋਕਾਂ ਨੇ ਬਦਲਿਆ ਬਹੁਤ ਜ਼ਿਆਦਾ। ਇਹ ਇੱਕ ਜਨ ਅੰਦੋਲਨ ਕਹਿੰਦੇ ਆ, ਲੋਕ ਅੰਦੋਲਨ ਆ, ਜਿਹੜਾ ਯੂਥ ਆਪਣੇ ਆਪ ਜਿਹੜਾ ਉੱਥੇ ਵੀ ਨਹੀਂ ਜਾ ਸਕਦਾ, ਇੱਥੇ ਬੈਠਾ ਕਾਰਪੋਰੇਟਾਂ ਦੀਆਂ ਗੋਡੀਆਂ ਲਵਾਤੀਆਂ। ਅੰਬਾਨੀ ਨੂੰ ਬਿਆਨ ਦੇਣਾ ਪੈ ਗਿਆ ਮੈਂ ਖੇਤੀ ਸੈਕਟਰ ਨਹੀਂ ਐਂਟਰ ਕਰੂੰਗਾ, ਮੈਂ ਦਖਲ ਨਹੀਂ ਦੇਣਾ। ਇੰਨਾ ਡਰ ਗਿਆ ਵੀ ਮੈਨੂੰ ਇਹ ਨਹੀਂ ਬਣ ਨਹੀਂ ਦੇਣਾ। ਹੁਣ ਅਸੀਂ ਯੂਪੀ ਤੇ ਕੰਸਨਟਰੇਸ਼ਨ ਕਰ ਰਹੇ, ਯੂਪੀ ਤੇ ਰਾਜਸਥਾਨ ਤੇ, ਕਿਉਂਕਿ ਦਿੱਲੀ ਅਸੀਂ 5 ਸੂਬੇ ਸੱਦੇ ਆ, ਬਾਕੀ ਨੂੰ ਕਿਹਾ ਆਪੋ ਆਪਣੇ ਸਟੇਟਾਂ 'ਚ ਕਰੋ। ਪੰਜਾਬ ਹਰਿਆਣਾ ਯੂਪੀ ਨੂੰ ਇੱਕ ਇਹ ਵੀ ਕਾਰਨ ਹੈਗਾ ਕਿ ਯੂਪੀ ਸਭ ਤੋਂ ਵੱਡੀ ਸਟੇਟ ਵੀ ਹੈਗੀ ਆ, 80 ਸੀਟਾਂ ਲੋਕ ਸਭਾ ਦੀਆਂ ਉੱਥੋਂ ਜਾਂਦੀਆਂ ਨੇ। ਤੇ ਯੂਪੀ ਇਕੱਲਾ ਯੂਪੀ ਦੇ ਵਿਚਲੀ ਉੱਥੋਂ ਦੀ ਸੂਬਾ ਸਰਕਾਰ ਲਈ ਮਹੱਤਵ ਨਹੀਂ ਰੱਖਦਾ, ਬਲਕਿ ਉਹ 80 ਸੀਟਾਂ ਜਿਹੜੀਆਂ ਉਹ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਵੀ ਮਦਦਗਾਰ ਸਾਬਤ ਹੁੰਦੀਆਂ। ਇਹੀ ਕਾਰਨ ਹੈ ਜੀ, ਪੰਜਾਬ ਹਰਿਆਣਾ ਨੂੰ ਸੀਰੀਅਸਲੀ ਲਿਆ ਹੀ ਨਹੀਂ ਪਹਿਲਾਂ। ਉਹ ਨਹੀਂ ਸਮਝਿਆ ਵੀ ਸਾਰੀਆਂ 13 ਜਮਾ 10 23 ਸੀਟਾਂ ਆ, ਕਿੰਨਾ ਕੁ ਵਿਗਾੜਨਗੇ ਸਾਡਾ। ਉਹ ਜਿਹੜਾ ਇਹਦੇ ਨਾਲੋਂ 4 ਗੁਣਾ ਹੋ ਜਾਂਦਾ, 4 ਗੁਣਾ ਕੀ 4 ਗੁਣਾ ਲਗਭਗ ਕੱਲਾ ਯੂਪੀ ਆ ਪੰਜਾਬ ਹਰਿਆਣੇ ਨਾਲੋਂ, ਪੰਜਾਬ ਨਾਲੋਂ 7 ਗੁਣਾ ਆ। ਅਸੀਂ ਹੁਣ ਯੂਪੀ ਦੇ ਵਿੱਚ ਜ਼ਿਆਦਾ ਜ਼ੋਰ ਲਾਵਾਂਗੇ। ਪੰਚਾਇਤ ਇਲੈਕਸ਼ਨ ਮੂਹਰੇ ਆਉਣ ਵਾਲੀਆਂ, ਮਜਬੂਰ ਕਰ ਦਾਂਗੇ ਸਰਕਾਰ ਨੂੰ। ਬੀਜੇਪੀ ਵਾਲੇ ਤੁਸੀਂ ਦੇਖੋ ਪੰਜਾਬ 'ਚ ਕੋਈ ਦਫ਼ਤਰ ਖੋਲ੍ਹਣ ਦਿੱਤਾ ਕਿਸੇ ਕਿਸਾਨਾਂ ਨੇ? ਬਹੁਤ ਇੱਥੇ ਬੰਦ ਕਰਾਤੇ ਆ। ਦੁਆਬੇ 'ਚ ਨਹੀਂ ਭਾਵੇਂ ਉਹਨਾਂ, ਬਾਕੀ ਮਾਲਵੇ 'ਚ ਮਾਝੇ 'ਚ ਬਹੁਤ ਸਾਰਾ ਇਹ ਹੋਇਆ। ਜਿਹੜਾ ਹਰਜੀਤ ਗਰੇਵਾਲ ਵੜਕਾ ਮਾਰਦਾ ਮੈਂ ਆਉਣ ਲੱਗਾ, ਰੋਕ ਕੇ ਦਿਖਾ ਲਓ, ਰਾਜਪੁਰੇ ਨਹੀਂ ਵੜ ਸਕਿਆ। ਢਾਬੇ ਤੋਂ ਰੋਟੀ ਨਹੀਂ ਖਾਣ ਦੀ ਕਿਸਾਨਾਂ ਨੇ। ਉਹ ਰਾਜਪੁਰੇ ਦੇ ਸਾਰੇ ਦਫ਼ਤਰ ਬੀਜੇਪੀ ਦੇ ਬੰਦ ਆ। ਹੁਣ ਯੂਪੀ ਦਾ ਪੋਜੀਸ਼ਨ ਇੱਦਾਂ ਦੀ ਬਣਾਵਾਂਗੇ ਵੀ ਉਹ ਕਿਸਾਨਾਂ ਦੀ ਵੋਟ ਨਹੀਂ ਕੈਪਚਰ ਕਰ ਸਕਣਗੇ। ਕਿਸਾਨ ਡੋਮੀਨੇਟਿੰਗ ਪੋਜੀਸ਼ਨ 'ਚ ਆ। ਜਿਹੜੇ ਪਹਿਲੇ ਬਿੱਲ ਆਉਂਦੇ ਰਹੇ ਨਾ, ਸੀਏ ਦਾ ਆ ਗਿਆ, ਮੁਸਲਮਾਨਾਂ ਨੂੰ ਕੁੱਟ ਲਿਆ, ਹਿੰਦੂ ਵੋਟ ਪੱਕੀ ਹੋ ਗਈ। ਈਸਾਈ ਮਾਰ ਲਿਆ, ਉਹ ਪੱਕੀ ਹੋ ਗਈ। ਜਾਤ ਪਾਤ ਦੇ ਨਾਂ 'ਤੇ ਗਰੀਬਾਂ ਦੇ ਸ਼ਡਿਊਲ ਕਾਸਟ ਦੇ ਘਰ ਸਾੜ ਤੇ, ਹਿੰਦੂ ਵੋਟ ਪੱਕੀ ਹੋ ਗਈ। ਜਾਂ ਉਹਨੂੰ ਥ੍ਰੈਟ ਕਰ ਲਿਆ। ਕਿਸਾਨਾਂ ਨੂੰ ਨਾ ਥ੍ਰੈਟ ਕਰ ਸਕਦੇ ਆ, ਨਾ ਇਹਨਾਂ ਨੂੰ ਪਾੜ ਸਕਦੇ। ਕਿਸਾਨ ਇੱਕ ਭਾਈਚਾਰਾ, ਇੱਕ ਜੁੱਟ ਪਹਿਲੀ ਵਾਰੀ ਹੋਇਆ ਹਿਸਟਰੀ ਵਿੱਚ। ਵੈਸੇ ਵੀ ਕਿਸਾਨੀ ਧਰਮ ਨਹੀਂ ਹੈ, ਕਿਸਾਨੀ ਤਾਂ ਇੱਕ ਕਿੱਤਾ ਆ। ਉਹਦੇ ਨਾਲ ਹਿੰਦੂ ਵੀ ਜੁੜਿਆ, ਸਿੱਖ ਵੀ ਜੁੜਿਆ, ਮੁਸਲਮਾਨ ਵੀ ਜੁੜਿਆ ਹੋਇਆ, ਈਸਾਈ ਵੀ ਜੁੜਿਆ। ਜਿਹੜਾ ਖੇਤੀ ਕਰਦਾ ਆ ਉਹ ਕਿਸਾਨ ਹੈ। ਤੇ ਜਦੋਂ ਐਸੈਂਸ਼ੀਅਲ ਕਮੋਡਿਟੀ ਐਕਟ ਦੀ ਗੱਲ ਕਰਦੇ ਹਾਂ, ਉਹ ਹਰ ਕਿਸੇ ਨਾਲ ਜੁੜ ਜਾਂਦਾ ਜਾ ਕੇ, ਉੱਥੇ ਉੱਦਾਂ ਦੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ। ਮੈਂ ਥੋੜ੍ਹੇ ਜਿਹੇ 1-2 ਸਿਆਸੀ ਜਾਂ ਸਵਾਲ ਜਿਹੜੇ ਹਾਲਾਤ ਬਣਦੇ ਆ ਉਹਨਾਂ ਦੀ ਗੱਲ ਕਰਨੀ। ਤੁਸੀਂ ਟਕੈਤ ਸਾਹਿਬ ਦੇ ਹੰਝੂਆਂ ਦੀ ਗੱਲ ਕੀਤੀ ਕਿ ਉਹ ਜਜ਼ਬਾਤ ਸੀ ਉਹਨਾਂ ਦੇ, ਖਾਸ ਤੌਰ 'ਤੇ ਇਸ ਅੰਦੋਲਨ ਨੂੰ ਲੈ ਕੇ। ਵੈਸੇ ਨਹੀਂ ਸੀ ਇਹ ਹੰਝੂ, ਇਸੇ ਕਰਕੇ ਉਹ ਮੋੜ ਪੈਂਦਾ ਆ ਅੰਦੋਲਨ ਦੇ ਵਿੱਚ। ਕੁਝ ਹੰਝੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਵਹਾਏ ਨੇ ਰਾਜ ਸਭਾ ਦੇ ਵਿੱਚ। ਉਹਨਾਂ ਹੰਝੂਆਂ ਨੂੰ ਵਹਾਉਣ ਦੇ ਨਾਲ ਨਾਲ ਇੱਕ ਸ਼ਬਦ ਵੀ ਉਹਨਾਂ ਨੇ ਇਸ ਅੰਦੋਲਨ ਦੇ ਲਈ ਨਵਾਂ ਘੜ ਕੇ ਦੇ ਦਿੱਤਾ ਆ, ਅੰਦੋਲਨ ਜੀਵੀ। ਉਹ ਕਹਿੰਦੇ ਪਰਜੀਵੀ ਸੁਣਿਆ ਸੀਗਾ, ਬੁੱਧੀਜੀਵੀ ਸੁਣਿਆ ਸੀਗਾ, ਇਹ ਅੰਦੋਲਨ ਜੀਵੀ ਨਵਾਂ ਸੁਣ ਲਿਆ। ਕੁਲਵੰਤ ਸਿੰਘ ਸੰਧੂ ਹੋਰੀ ਉਹਨਾਂ ਹੰਝੂਆਂ ਨੂੰ ਤੇ ਉਸ ਸ਼ਬਦ ਨੂੰ ਲੈ ਕੇ ਕੀ ਸੋਚਦੇ ਨੇ? ਇਹ ਪ੍ਰਧਾਨ ਮੰਤਰੀ ਦੀ ਅਕਲ ਤੇ ਧੱਬਾ ਹੈ ਜੀ। ਇਹ ਸਾਰਾ ਔਨ ਰਿਕਾਰਡ ਹੁੰਦਾ, ਸਾਰੀ ਦੁਨੀਆ ਸ਼ਬਦ ਸੁਣਦੀ ਆ। ਜੇ ਉਹ ਅੰਦੋਲਨਕਾਰੀਆਂ ਨੂੰ ਅੰਦੋਲਨਕਾਰੀ ਕਹਿੰਦੇ ਆ, ਫਿਰ ਭਗਤ ਸਿੰਘ ਕੀ ਸੀ, ਮਹਾਤਮਾ ਗਾਂਧੀ ਕੀ ਸੀ, ਪਟੇਲ ਕੀ ਸੀ, ਜਿੰਨੇ ਲੋਕ ਲਾਲਾ ਲਾਜਪਤ ਰਾਏ ਕੀ ਸੀ, ਚਾਚਾ ਅਜੀਤ ਸਿੰਘ ਕੀ ਸੀ। ਇਹ ਪਰਜੀਵੀ ਤਾਂ
ਇਹ ਆ ਜਿਹੜੇ ਅੰਦੋਲਨ ਜੀਵੀ ਜਿਹੜੇ RSS ਪੈਦਾ ਕਰਕੇ ਇੱਕ ਧਰਮ ਦਾ ਦੂਜੇ ਧਰਮਾਂ ਨੂੰ ਖਤਮ ਕਰਕੇ ਕਰਨਾ ਚਾਹੁੰਦੇ ਆ। ਇਹ ਆ ਜਿਹੜੇ ਜਾਤ ਪਾਤ ਦੀ ਵੰਡ ਪਾਉਂਦੇ ਆ। ਅਸੀਂ ਤਾਂ ਜੋੜਦੇ ਆ ਲੋਕਾਂ ਨੂੰ। ਜੇ ਨਾ ਵਧੀਕੀ ਹੋ ਗਈ ਉੱਥੇ ਹੀ ਪਹੁੰਚਾਂਗੇ, ਕਿਉਂ ਨਹੀਂ ਪਹੁੰਚਾਂਗੇ? ਹਰ ਦੇਸ਼ ਭਗਤ ਬੰਦਾ, ਤੁਸੀਂ ਦੋ ਲੜ ਰਹੇ ਹੋ, ਇੱਕ ਤਕੜਾ ਬੰਦਾ ਮਾੜੇ ਨੂੰ ਕੁੱਟ ਰਿਹਾ, ਜੇ ਬੰਦਾ ਖੜਾ ਤਮਾਸ਼ਾ ਦੇ ਤਾਂ ਉਹ ਤਕੜੇ ਦੀ ਮਦਦ ਕਰਦਾ ਹੋਇਆ। ਜੇ ਤੁਸੀਂ ਮਾੜੇ ਦੀ ਹੈਲਪ ਨਹੀਂ ਕਰਦੇ, ਇਟ ਮੀਨਸ ਤਕੜੇ ਦੀ ਮਦਦ ਕਰ ਰਹੇ ਹੋ। ਚੁੱਪ ਰਹਿਣਾ ਜ਼ੁਲਮ ਦੇਖ ਕੇ, ਉਹ ਅੱਖ ਕਹਿੰਦੀ ਅੱਖ ਨਹੀਂ ਹੁੰਦੀ, ਜਿਹੜੀ ਜ਼ੁਲਮ ਦੇਖ ਕੇ ਯੱਖ ਨਹੀਂ ਹੁੰਦੀ। ਜੇ ਤੁਹਾਡੀ ਨਾਮ ਨਹੀਂ ਹੁੰਦੀ ਅੱਖ, ਕਾਹਦਾ ਮਨੁੱਖ ਰਹਿ ਗਿਆ ਜੀ? ਅਸੀਂ ਸਖਤ ਦਿਲ ਵਾਲੇ ਆ ਵਿਰੋਧੀ ਲਈ, ਨਰਮ ਦਿਲ ਵਾਲੇ ਆ ਆਪਣੇ ਦੋਸਤਾਂ ਲਈ। ਹਰ ਜਿਹੜੇ ਕੋਲ ਲੜਨ ਵਾਲੇ ਆ। ਕਈ ਲੋਕ ਕਹਿੰਦੇ ਜੀ ਇਹ ਖੱਬੇ ਪੱਖੀ ਹੈ ਜੀ, ਸੱਜੇ ਪੱਖੀ ਆ। ਇਹ ਸਾਡੀ ਮੰਗ ਤਾਂ ਇੱਕ ਆ। ਕਿਸਾਨ, ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਕਹੀ ਸੀ, ਕਿਸਾਨ ਭਾਈਚਾਰੇ ਤੌਰ ਤੇ ਕਦੇ ਇਕੱਠਾ ਨਹੀਂ ਹੋਇਆ ਹਿੰਦੁਸਤਾਨ 'ਚ। ਯੂਪੀ ਦੇ ਨਾਂ ਤੇ ਹਰਿਆਣਾ ਪੰਜਾਬ ਨੂੰ ਲੜਾਈ ਜਾਓ, ਯੂਪੀ 'ਚ ਉੱਤਰਾਖੰਡ ਕੱਢ ਕੇ ਬਾਹਰ ਮਾਰ ਦਿਓ, ਬਿਹਾਰ 'ਚੋਂ ਛੱਤੀਸਗੜ੍ਹ ਕੱਢ ਦਿਓ। ਸੂਬਿਆਂ ਦੀਆਂ ਲੜਾਈਆਂ ਕਰਤੀਆਂ। ਉੱਤਰਾਖੰਡ 'ਚ 3000 ਨੌਜਵਾਨ ਮਰਾ ਤੇ ਵੀ ਸਾਨੂੰ ਸੂਬਾ ਵੱਖਰਾ ਚਾਹੀਦਾ। ਤੇਲੰਗਾਨਾ ਦੇ ਲੋਕ ਕਿੰਨੇ ਮਰੇ ਵੀ ਸਾਨੂੰ ਹੈਦਰਾਬਾਦ ਦੂਜੇ ਤੋਂ ਆਂਧਰਾ ਤੋਂ ਵੱਖਰਾ ਕਰੋ। ਮਤਲਬ ਲੜਾਈਆਂ ਧਰਮਾਂ ਦੀਆਂ, ਜਾਤਾਂ ਦੀਆਂ, ਇਲਾਕੇ ਦੀਆਂ ਇਸ ਨਾਂ 'ਤੇ ਅੱਗੇ ਵੰਡ ਕੀਤੀ ਜਾਂਦੀ ਸੀ। ਹੁਣ ਤੁਸੀਂ ਦੇਖਿਆ ਹੋਊਗਾ BJP ਜਿਹੜੀ ਉੱਥੇ ਰਾਜ ਕਰਦੀ ਆ, ਸੈਂਟਰ 'ਚ ਵੀ ਰਾਜ ਉਹਨਾਂ ਦਾ। ਇਸ ਵੇਲ ਦੇ ਨਾਂ 'ਤੇ ਮੋਰਚਾ ਲਵਾਤਾ ਹਰਿਆਣੇ 'ਚ। ਉਹਨਾਂ ਹੀ ਕਿਸਾਨਾਂ ਨੇ ਜਿਹੜੇ ਅਸੀਂ ਪੰਜਾਬੀ ਹਰਿਆਣੇ ਲੜਦੇ ਸੀਗੇ, ਹਰਿਆਣੇ ਦੇ ਕਿਸਾਨਾਂ ਨੇ ਉਹ ਤੰਬੂ ਪੱਟਦੇ। ਉਹ ਕਹਿੰਦੇ ਸਾਡੀ ਜ਼ਮੀਨ ਨਹੀਂ ਰਹਿਣੀ, ਪਾਣੀ ਸਿਰ 'ਚ ਮਾਰਨਾ ਸੀ। ਤੇ ਪੰਜਾਬ ਵਾਲਾ ਬਿਆਨ ਦਿੱਤਾ, ਜਦੋਂ ਸਾਡੇ ਛੋਟੇ ਭਰਾਵਾਂ ਲੋੜ ਪਈ ਪਾਣੀ ਦੇ ਦੇਵਾਂਗੇ, ਬੜੇ ਭਰਾ ਆ ਜੀ। ਇਕੱਠੇ ਬਹਿੰਦੇ ਕਿ ਨਹੀਂ, ਤਾਊ ਤੇ ਭਾਊ। ਉਹ ਨਾਲ ਹੁੱਕਾ ਪੀਂਦਾ, ਹੁੱਕੇ ਵਾਲੇ ਦੇ ਕੋਲ ਨਹੀਂ ਜਾਂਦਾ ਸਰਦਾਰ। ਲਾਗੇ ਬੈਠੇ ਤਾਸ਼ਾਂ ਖੇਡਦੇ, ਲਾਗੇ ਬੈਠੇ ਹੁੱਕਾ ਪੀ ਹੋ ਰਿਹਾ। ਇਹ ਆ ਏਕਤਾ, ਜਿਹੜੀ ਏਕਤਾ ਵੱਡੀ ਤੇਜ਼ੀ ਨਾਲ ਵੱਧ ਰਹੀ ਆ। ਇਹਦੇ ਨਾਲ ਬੈਨੀਫਿਟ ਇਹ ਹੋਣਾ ਆ ਕਿ ਜਿਹੜੀ ਸਰਕਾਰ ਸਾਨੂੰ ਬਣਦੀ ਸੀ ਵੱਖੋ ਵੱਖਰੇ ਨਾਵਾਂ 'ਤੇ, ਵੱਖੋ ਵੱਖਰੇ ਮੁੱਦਿਆਂ 'ਤੇ, ਉਹ ਲੋਕ ਮੁੱਦਿਆਂ 'ਤੇ ਇਕੱਠੇ ਹੋ ਰਹੇ ਆ। ਅਸੀਂ ਮੁੱਦਾ ਦਾ ਸਿਆਸਤ ਕਰਨੀ ਚਾਹੁੰਦੇ ਹਾਂ। ਇਹਦੇ ਵਿੱਚ ਜਿਹੜਾ ਗਰੀਬ ਤਬਕਾ ਆ ਉਹ ਸ਼ਾਮਲ ਹੋਇਆ, ਥੋੜ੍ਹਾ ਹੋਇਆ ਹਾਲੇ, ਉਹਨੂੰ ਵੱਡੀ ਪੱਧਰ 'ਤੇ ਸ਼ਾਮਲ ਕਰਾਂਗੇ, ਕਿਉਂਕਿ ਗਰੀਬ ਤਬਕੇ 'ਤੇ ਹਮਲਾ ਸਭ ਤੋਂ ਪਹਿਲਾਂ ਹੋਣਾ। ਅੱਛਾ, ਇੱਕ ਚਰਚਾ ਬਹੁਤ ਚੱਲਦੀ ਪਈ ਆ, ਕੱਲ੍ਹ ਦੀ ਮਹਾ ਪੰਚਾਇਤ 'ਤੇ ਚਰਚਾ ਜਿਹੜੀ ਉਹ ਚੱਲਦੀ ਪਈ ਆ। ਰਾਜੇਵਾਲ ਸਾਹਿਬ ਨੂੰ ਕਹਿੰਦੇ ਥ੍ਰੈਟ ਆ ਤੇ ਸੁਰੱਖਿਆ ਮੁਹੱਈਆ ਕਰਵਾਉਣੀ ਆ। ਪਤਾ ਲੱਗਾ ਜਦੋਂ ਆਪਾਂ ਇਸ ਇੰਟਰਵਿਊ ਤੋਂ ਪਹਿਲਾਂ ਗੱਲਬਾਤ ਕਰਦੇ ਸੀ, ਤੁਹਾਡੇ ਵੀ ਆਲੇ ਦੁਆਲੇ ਜਿਪਸੀਆਂ ਲਾ ਦਿੱਤੀਆਂ ਗਈਆਂ ਸੀ। ਜਦੋਂ ਉੱਧਰ ਜਗਰਾਉਂ ਵੱਲ ਨੂੰ ਨਿਕਲੇ, ਕਹਿੰਦੇ ਜੀ ਤੁਹਾਨੂੰ ਐਸਕੌਰਟ ਕਰਕੇ ਲੈ ਕੇ ਜਾਣਾ। ਇਹ ਕੀ ਚੱਕਰ ਆ? ਕਿਹੜਾ ਥ੍ਰੈਟ ਆ ਰਾਜੇਵਾਲ ਸਾਹਿਬ ਨੂੰ? ਕਿਉਂ ਉਹ ਸੁਰੱਖਿਆ ਦਿੱਤੀ ਜਾ ਰਹੀ ਆ? ਤੁਹਾਡੇ ਅੱਗੇ ਪਿੱਛੇ ਜਿਪਸੀਆਂ ਜਿਹੜੀਆਂ ਕਿਉਂ ਲਾਈਆਂ ਗਈਆਂ ਸੀ? ਇਹ ਸੱਚਿਓ ਹੀ ਇਹਨਾਂ ਆਗੂਆਂ ਨੂੰ ਕੋਈ ਥ੍ਰੈਟ ਹੈ? ਕੋਈ ਇੱਦਾਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਾਂ ਕੁਝ ਹੋਰ ਚੱਕਰ ਤੁਹਾਨੂੰ ਨਜ਼ਰ ਆਉਂਦਾ? ਨਹੀਂ, ਜਿਹੜੇ ਵਿਦੇਸ਼ਾਂ 'ਚ ਫੇਸਬੁੱਕੀ ਤਾਕਤਾਂ ਆ ਜਿਹੜੀਆਂ ਪਿਛਲੇ ਸਮੇਂ 'ਚ ਵਿਦੇਸ਼ਾਂ ਚਲੇ ਗਈਆਂ, ਉਹਨਾਂ ਦਾ ਕੋਈ ਮੁੱਦਾ ਨਹੀਂ ਲੱਭਦਾ ਉਹਨਾਂ ਨੂੰ। ਉਹ ਕਿਸਾਨ ਲੀਡਰਸ਼ਿਪ ਦੇ ਖਿਲਾਫ ਬਹੁਤ ਜ਼ਹਿਰ ਉਗਲਦੇ ਆ। ਇਹ ਬਕਾਊ ਮਾਲ ਆ ਜੀ, ਇਹ ਪੁਰਾਣਾ ਮਾਲ ਆ ਜੀ, ਯੂਥ ਲੀਡਰ ਕੌਣ ਆ ਜੀ? ਫੇਸਬੁੱਕ ਲੀਡਰ ਬਥੇਰੇ ਫਿਰਦੇ ਆ। ਹੁਣ ਤੁਹਾਡੇ ਸਾਹਮਣੇ ਹੋ ਗਿਆ, ਕਿੱਥੇ ਗਿਆ ਯੂਥ ਲੀਡਰ, ਕਿੱਥੇ ਪ੍ਰੋਟੈਸਟ ਹੋਇਆ ਯੂਥ ਲੀਡਰਾਂ ਦਾ। ਉਹ ਕਹਿੰਦੇ ਲੱਖਾਂ ਲੋਕਾਂ ਨੂੰ ਲੈ ਕੇ, ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਆ। 2 ਦਿਨ ਦੇ ਸਾਨੂੰ ਫੋਨਾਂ ਦੇ ਸਿਰ ਖਾ ਲਿਆ। ਭਰਾ ਜੀ ਉਹਨਾਂ ਦਾ ਖਿਆਲ ਕਰੋ, ਉਹਨਾਂ ਨੂੰ ਬਚਾਓ। ਅਸੀਂ ਕਿਹਾ ਸਾਨੂੰ ਜਿਹੜਾ ਕਹਿੰਦੇ ਤੁਸੀਂ ਬਚਾਉਣ ਨੂੰ, ਜਿਹੜੇ ਉਹਨਾਂ ਦੇ ਮਗਰੇ ਲੋਕ ਆ ਜਾਣ ਤਾਂ ਕਿੱਥੇ ਜਾਣਾ ਉਹਨੇ? ਜਿਹੜੇ ਕਹਿੰਦੇ ਸਾਡੇ ਪਿੱਛੇ ਲੱਖਾਂ ਲੋਕ ਆਏ ਆ। ਅਸੀਂ ਕਹਿੰਦੇ ਸੀ ਕਿਸਾਨ ਜਥੇਬੰਦੀਆਂ ਸੱਦੇ ਤੇ ਲੋਕ ਆਏ ਆ। ਸਾਡੀ 60% ਲੀਡਰਸ਼ਿਪ ਜੰਗ ਆ, 40 ਸਾਲ ਦੇ ਆਲੇ ਦੁਆਲੇ ਆ। ਮਨਜੀਤ ਰਾਏ ਦੇਖ ਲਓ, ਹਰਮੀਤ ਕਾਦੀਆਂ ਦੇਖ ਲਓ, ਅਮਰਜੀਤ ਰੜਾ ਦੇਖ ਲਓ, ਸਤਨਾਮ ਸਾਹਨੀ ਦੇਖ ਲਓ, ਜਿੰਨੇ ਸਾਰੇ ਯੂਥ ਹੀ ਆ। ਉਹ ਸਾਰੀ ਯੂਥ ਲੀਡਰਸ਼ਿਪ ਆ ਜਿਹੜੀ ਓਲਡ ਆ। ਉਹ ਤਾਂ 2-3 ਲੀਡਰ ਆ, ਡੱਲੇਵਾਲ ਆ, ਰਾਜੇਵਾਲ ਆ, ਬਾਕੀ ਵੀ 60 ਵਾਲੇ ਆ। ਉਹ ਕੋਈ ਪੁਰਾਣੀ ਲੀਡਰਸ਼ਿਪ ਦੇ ਉਹ ਇਲਜ਼ਾਮ ਇੱਦਾਂ ਲਾਉਂਦੇ ਆ ਵੀ ਇੱਕ ਯੂਥ ਕੌਣ ਆ? ਉਹ ਫੇਸਬੁੱਕ ਯੂਥ ਆ ਜਿਹੜਾ ਕਰਨਾ ਕੁਛ ਨਹੀਂ ਚਾਹੁੰਦਾ, ਰਜਾਈਆਂ 'ਚ ਬੈਠਾ ਮੱਤਾਂ ਦੇਣਾ ਚਾਹੁੰਦਾ। ਐਂ ਕਰਿਓ ਜੀ, ਹੁਣ ਪਿਛਾ ਨਾ ਮੁੜਿਓ, ਗੋਲੀ ਗਾਲੀ ਖਾ ਕੇ ਮੁੜਿਓ। ਅਸੀਂ ਉਹਨਾਂ ਨੂੰ ਕਹੀਦਾ ਵੀ ਤੁਸੀਂ 10 ਦਿਨ ਆ ਜਾਓ ਇੱਥੇ, ਸਾਨੂੰ ਫੇਸ ਲਾ ਦਿਓ। ਬੈਠੇ ਰਜਾਈ ਚਾਹੁੰਦੇ ਆ ਵੀ ਮੈਂ ਤਾਂ ਜਿਹੜਾ ਫੋਨ ਕਰਦਾ ਹੁੰਦਾ ਹੁਣ ਜੀ ਪਿੱਛੇ ਨਾ ਹਟਿਓ, ਦੇਖਿਓ ਕਦੇ ਮਾਰ ਨਾ ਖਾ ਜਿਓ। ਮੈਂ ਕਿਹਾ ਤੁਸੀਂ ਕਿੱਥੇ ਆ? ਅਸੀਂ ਹਾਲੇ ਘਰੇ ਆ ਜੀ। ਮੈਂ ਕਿਹਾ ਜੀ ਤੁਸੀਂ ਆਓ 15 ਦਿਨ ਬਹਿ ਕੇ ਨਾ ਸੜਕ 'ਤੇ ਫੇਰ ਸਾਨੂੰ ਰਹਿ ਦਿਓ। ਫੇਰ ਚੁੱਪ ਕਰ ਜਾਂਦੇ ਆ। ਸੋ ਇੱਦਾਂ ਦੇ ਲੋਕ ਜਿਹੜੇ ਆ, ਉਹ ਜਿਹੜਾ ਥ੍ਰੈਟ ਇੱਦਾਂ ਦੀਆਂ, ਰਾਜੇਵਾਲ ਸਾਹਿਬ ਨੂੰ ਤਾਂ ਕਾਫੀ ਬੁਰਾ ਭਲਾ ਬੋਲਿਆ ਬਾਹਰ ਲੋਕਾਂ ਨੇ ਵੀ ਤੁਸੀਂ ਆਹ ਕਿਉਂ ਨਹੀਂ ਕਰਦੇ, ਤੁਸੀਂ ਉਹ ਕਿਉਂ ਨਹੀਂ ਕਰਦੇ। ਅਸੀਂ ਵੈਲ ਡਿਸਿਪਲਿਨਡ ਸਾਡੀ ਆਰਗੇਨਾਈਜੇਸ਼ਨ ਆ ਜਿਹੜੀ 9 ਮਹੀਨੇ ਡਿਸਿਪਲਿਨ 'ਚ ਆ, ਸ਼ਾਂਤਮਈ ਆ, ਔਰ ਫੈਸਲਾ ਪੰਚਾਇਤੀ ਹੁੰਦਾ। ਜੇ ਮੰਨ ਲਓ ਇੱਕ ਪਾਸੇ 20 ਹੋ ਗਏ, ਇੱਕ ਪਾਸੇ 15 ਰਹਿ ਗਏ, 20 ਦਾ ਫੈਸਲਾ ਮੰਨ ਹੋਊਗਾ, 15-20 ਵਾਲੀ ਬੋਲੀ ਬੋਲਣਗੇ। ਕੋਈ ਇਸ ਗੱਲ 'ਤੇ ਜ਼ਰ ਨਹੀਂ। ਸਾਡਾ ਮਨਪਸੰਦ ਦਾ ਫੈਸਲਾ ਹੋਵੇ ਚਾਹੇ ਨਾ ਹੋਵੇ, ਤਾਂ ਹੀ ਇਹ ਸੰਯੁਕਤ ਮੋਰਚਾ ਹੈ, ਤਾਂ ਹੀ ਯੂਨਾਈਟਿਡ ਲੀਡਰਸ਼ਿਪ ਆ। ਮੈਂ ਇੱਥੇ ਹੀ ਗੱਲ ਰੋਕ ਕੇ ਕਰਨੀ ਚਾਹੁੰਦਾ। ਜਦੋਂ ਆਫਰ ਦਿੱਤੀ ਸੀ ਸਰਕਾਰ ਨੇ ਕਿ 1.5 ਸਾਲ ਹੀ ਅਸੀਂ ਇਹਨਾਂ ਨੂੰ ਹੋਲਡ ਕਰ ਲੈਂਦੇ ਹਾਂ, ਰੋਕ ਲੈਂਦੇ ਹਾਂ ਇਹਨਾਂ ਨੂੰ, ਤੇ ਉਦੋਂ ਵੀ ਪਤਾ ਲੱਗਾ ਸੀ ਇਸੇ ਤਰੀਕੇ ਨਾਲ ਪੰਚਾਇਤੀ ਨਜ਼ਰੀਏ ਦੇ ਨਾਲ ਹੀ ਗੱਲਬਾਤ ਹੋਈ ਸੀ। ਕੁਝ ਜਥੇਬੰਦੀਆਂ
ਕਬੂਲ ਕਰਨ ਨੂੰ ਤਿਆਰ ਸੀ, ਕੁਝ ਕਬੂਲ ਕਰਨ ਨੂੰ ਤਿਆਰ ਨਹੀਂ ਸੀ। ਜਿਹੜੇ ਨਹੀਂ ਕਬੂਲ ਕਰਨਾ ਚਾਹੁੰਦੇ ਸੀ ਉਹਨਾਂ ਦੀ ਗਿਣਤੀ ਵਧੇਰੇ ਸੀ, ਇਸ ਕਰਕੇ ਸਾਰਿਆਂ ਨੇ ਉਹਨੂੰ ਮੰਨ ਲਿਆ, ਉਸੇ ਫੈਸਲੇ ਨੂੰ ਜਿਹੜਾ ਲਾਗੂ ਕੀਤਾ ਗਿਆ। ਹੁਣ ਰਾਜੇਵਾਲ ਸਾਹਿਬ ਹੋਰੀ ਇਹ ਵੀ ਕਿਤੇ ਕਿਤੇ ਕਹਿੰਦੇ ਆ ਕਿ ਹੁਣ ਵੀ ਸੁਨੇਹੇ ਆ ਰਹੇ ਆ ਕਿ ਇੱਕ ਰੱਦ ਕਰ ਦਿੰਦੇ ਆ, ਇੱਕ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਤਰਮੀਮਾਂ ਕਰ ਦਿੰਦੇ ਆ, ਤੀਜੇ ਨੂੰ ਰੋਕ ਲੈਂਦੇ, ਇੱਦਾਂ ਕਰ ਲੈਂਦੇ। ਕੁਝ ਇੱਦਾਂ ਦੀਆਂ ਸਰਕਾਰ ਵੱਲੋਂ ਆਫਰਾਂ ਆ ਰਹੀਆਂ ਨੇ ਤੇ ਕਿਸ ਤਰੀਕੇ ਦੀਆਂ ਸਥਿਤੀਆਂ ਇਸ ਵੇਲੇ ਬਣਦੀਆਂ ਨਜ਼ਰ ਆ ਰਹੀਆਂ ਨੇ, ਤੇ ਜਥੇਬੰਦੀਆਂ ਦਾ ਕੀ ਰਵੱਈਆ ਹੈ, ਕੀ ਉੱਥੋਂ ਤੱਕ ਜਾਣ ਦੀ ਤਿਆਰੀ ਹੈ, ਜਾਂ ਆਰੀਆ ਪਾਰ ਵਾਲੀ ਅਜੇ ਵੀ ਸਥਿਤੀ ਹੈ, ਵਿਚਕਾਰ ਵਾਲੀ ਕੋਈ ਸਥਿਤੀ ਅਜੇ ਵੀ ਨਹੀਂ? ਇਹ ਕਦੇ ਨਹੀਂ ਹੁੰਦਾ 100% ਕਹਿ ਲਓ ਜਾਂ 99% ਕਹਿ ਲਓ, ਹਾਲੇ ਅਸੀਂ ਰਿਪੀਲ ਤੇ ਖੜੇ ਰੱਦ ਹੋਣੇ ਚਾਹੀਦੇ ਆ। ਹਾਲੇ ਸਾਡੀ ਪਹਿਲੀ ਪਲਾਨ ਉਹੀ ਆ, ਤੇ ਉਹਨੇ ਸਰਕਾਰ ਨੇ ਕਹਿਣਾ ਰਿਪੀਲ ਅਸੀਂ ਕਰਨੀ ਨਹੀਂ ਗੇ। ਦੋਏ ਜਦੋਂ ਮੁਕਾਬਲੇ ਦੇ ਖੜੇ ਹੁੰਦੇ ਦੋਹਾਂ ਨੇ ਇਹ ਗੱਲਾਂ ਕਹਿਣੀਆਂ, ਜਦੋਂ ਟੇਬਲ ਤੇ ਬਹਿਣੇ ਉਦੋਂ ਲੈਣ ਦੇਣ ਹੁੰਦਾ। ਪਰ ਸਾਡਾ ਮੁੱਦਾ ਇਹ ਹੈ ਵੀ ਕਾਨੂੰਨ ਇਹ ਲਾਗੂ ਨਹੀਂ ਹੋਣੇ ਚਾਹੀਦੇ ਜੀ। ਉਹ ਸ਼ਬਦਾਂ 'ਚ ਪੈਣ ਦੀ ਬਜਾਏ ਸਾਡਾ ਮੁੱਦਾ ਹੋਊਗਾ ਵੀ ਲਾਗੂ ਨਹੀਂ ਹੋਣੇ ਚਾਹੀਦੇ। ਕੋਸ਼ਿਸ਼ ਸਾਡੀ ਇਹ ਵੀ ਰੱਦ ਹੋ ਜਾਣ। ਜੇ ਇੱਦਾਂ ਦੀ ਕਿਤੇ ਸਿਚੁਏਸ਼ਨ ਬਣ ਜਾਂਦੀ ਹੈ ਬਿਲਕੁਲ ਹੀ ਵੀ ਇੱਥੇ ਤੱਕ ਟੇਬਲ 'ਤੇ ਕੀ ਗੱਲ ਹੁੰਦੀ ਆ, ਉਹ ਵੀ ਤੁਹਾਨੂੰ ਜਿੱਦਾਂ ਦੱਸਿਆ ਪੰਚਾਇਤ ਨੇ ਫੈਸਲਾ ਕਰਨਾ। ਮੇਰੀ ਰਾਏ ਕੋਈ ਹੋਵੇ ਜੋ ਬਹੁਤ ਸੌਂਦੀ ਰਾਏ ਹੋਈ ਲਾਗੂ ਹੋ ਜਾਣੀ ਹੈ। ਉਹ ਕੋਈ ਇੱਦਾਂ ਕੋਈ ਪਿੱਛੇ ਹਟਣ ਵਾਲੀ ਗੱਲ ਕੋਈ ਨਹੀਂ। ਆਖਰੀ ਸਵਾਲ ਆ, ਹੁਣ ਭਵਿੱਖ ਨੂੰ ਲੈ ਕੇ ਕੀ ਵਿਉਂਤਬੰਦੀਆਂ ਨੇ? ਖਾਸ ਤੌਰ ਤੇ ਪੰਜਾਬ ਦੇ ਵਿੱਚ ਪਹਿਲੀ ਮਹਾਪੰਚਾਇਤ ਹੋ ਗਈ ਹੈ, ਔਰ ਤੁਸੀਂ ਦੱਸਦੇ ਆ ਹੁਣ ਤਾਂ ਟੈਲੀਫੋਨ ਖੜਕਣੇ ਸ਼ੁਰੂ ਹੋ ਗਿਆ। ਕਦੀ ਗੁਰਦਾਸਪੁਰੀਏ ਕਹਿੰਦੇ ਕਿ ਅਸੀਂ ਮਹਾਪੰਚਾਇਤ ਕਰ ਰਹੇ ਹਾਂ, ਕਦੀ ਲੁਧਿਆਣੇ ਵਾਲੇ ਕਹਿੰਦੇ ਆ, ਕਦੀ ਪਟਿਆਲੇ ਵਾਲੇ ਕਹਿੰਦੇ ਆ। ਉਹਨਾਂ ਮਹਾਪੰਚਾਇਤਾਂ ਨੂੰ ਲੈ ਕੇ ਜਥੇਬੰਦੀਆਂ ਕਿਸ ਤਰੀਕੇ ਨਾਲ ਕੋਈ ਵਿਉਂਤਬੰਦੀ ਘੜ ਰਹੀਆਂ ਨਾ, ਜਾਂ ਜਿੱਦਾਂ ਸੱਦਾ ਆਏਗਾ ਬੁਲਾਰਿਆਂ ਦੇ ਤੌਰ ਤੇ ਬਸ ਬੁਲਾਰੇ ਦੇ ਤੌਰ ਤੇ ਚਲੇ ਜਾਣਾ, ਜਾਂ ਇਹਨਾਂ ਮਹਾਪੰਚਾਇਤਾਂ ਨੂੰ ਵੀ ਕਿਸੇ ਤਰੀਕੇ ਨਾਲ ਜਥੇਬੰਦੀਆਂ ਨੇ ਇੱਕ ਨੁਮਾਇੰਦਗੀ ਦੇਣੀ ਆ ਤਾਂ ਕਿ ਜੇ ਲੰਬਾ ਵੀ ਲੜਨਾ ਪਵੇ ਅੰਦੋਲਨ ਤਾਂ ਕਿਤੇ ਕੋਈ ਅੜਥੁੜ ਜਿਹੜੀ ਆ ਉਹ ਮਹਿਸੂਸ ਨਾ ਹੋਵੇ, ਰਹਿਨੁਮਾਈ ਉੱਥੇ ਵੀ ਉਸੇ ਤਰੀਕੇ ਨਾਲ ਕੀਤੀ ਜਾਵੇ? ਕੀ ਵਿਉਂਤਬੰਦੀ ਹੈ, ਕਿਸ ਤਰੀਕੇ ਨਾਲ ਇਹ ਹੁਣ ਸਾਰਾ ਕੁਝ ਕੀਤਾ ਜਾ ਰਿਹਾ? ਪਹਿਲਾਂ ਤਾਂ 3 ਸੱਦੇ ਦੇ ਦਿੱਤੇ ਜੀ। 14 ਤਰੀਕ ਨੂੰ ਅਸੀਂ ਜਿਹੜੇ ਪੁਲਵਾਮਾ 'ਚ CRP ਦੇ ਜਵਾਨ ਸ਼ਹੀਦ ਹੋਏ ਨਹੀਂ, ਸ਼ਹੀਦ ਕੀਤੇ ਆ ਸਾਡੀ ਸਰਕਾਰ ਨੇ ਬੜੇ ਪਲਾਨ ਦੇ ਨਾਲ ਇਲੈਕਸ਼ਨ ਜਿੱਤਣ ਲਈ। ਮੁੜ ਕੇ ਪਾਕਿਸਤਾਨ 'ਤੇ ਹਮਲਾ ਕੀਤਾ ਜੀ, ਜੇ ਕੀਤਾ ਉਹ ਕੀਤਾ। ਸਾਰੀ ਦੁਨੀਆ ਨੂੰ ਪਤਾ ਵੀ ਉਹ ਸ਼ਹੀਦ ਇਹਨਾਂ ਨੇ ਸਰਕਾਰ ਦੇ ਪਲਾਨ ਦਾ ਹਿੱਸਾ ਸੀ। ਉਹਨਾਂ ਨੂੰ ਤੇ ਸਾਡੇ ਜਿਹੜੇ ਕਿਸਾਨ 200 ਤੋਂ ਉੱਪਰ ਸ਼ਹੀਦ ਹੋਏ ਆ ਉਹਨਾਂ ਨੂੰ ਕੈਂਡਲ ਮਾਰਚ ਜਾਂ ਮਸ਼ਾਲ ਮਾਰਚ ਕਰਕੇ ਸ਼ਰਧਾ ਦੇ ਫੁੱਲ ਦੇਣੇ 14 ਤਰੀਕ ਨੂੰ। 16 ਤਰੀਕ ਨੂੰ ਸਰ ਛੋਟੂ ਰਾਮ ਦਾ ਜਨਮ ਦਿਨ ਆ, ਉਹ ਕਿਸਾਨਾਂ ਮਜ਼ਦੂਰਾਂ ਨੂੰ ਰਲ ਕੇ ਅਸੀਂ ਮਨਾ ਰਹੇ ਹਾਂ ਕਿਉਂਕਿ ਮਜ਼ਦੂਰ ਤਾਬਕਾ ਵੀ ਅਸੀਂ ਸ਼ਾਮਲ ਕਰਨਾ ਚਾਹੁੰਦੇ ਹਾਂ। 18 ਤਰੀਕ ਨੂੰ 4 ਘੰਟੇ ਦਾ ਚੱਕਾ ਜਾਮ ਆ ਜੀ, ਸਾਰੇ ਭਾਰਤ ਵਿੱਚ ਆ ਰੇਲ ਦਾ ਉਹ ਕਰ ਰਹੇ ਹਾਂ। ਉਹ ਰੇਲ ਦਾ ਇਸ ਕਰਕੇ ਕਰ ਰਹੇ ਹਾਂ, ਪਹਿਲਾਂ ਅਸੀਂ ਇਕੱਲਾ 6 ਨੂੰ ਕੀਤਾ ਸੀ ਇਕੱਲਾ ਬੱਸਾਂ ਦਾ, ਹੁਣ ਇਕੱਲਾ ਰੇਲ ਦਾ, ਵੀ ਲੋਕ ਨਾ ਹਰਾਸ ਹੋਣ, ਕੋਈ ਜ਼ਰੂਰੀ ਕੰਮ ਵਾਲੇ ਲੋਕ ਜਾਣ। ਇਹ ਲੋਕਾਂ ਨੂੰ ਮੋਬਲਾਈਜ਼ ਕਰਨ ਲਈ ਆ। ਕੁਛ ਜਿਹੜਾ ਜੰਗ ਆ ਯੂਥ ਆ ਉਹ ਲੰਬਾ ਚਿਰ ਬਹਿ ਨਹੀਂ ਸਕਦਾ ਜੀ, ਸਿਆਣੇ ਬੰਦੇ ਤਾਂ ਬਹਿ ਜਾਂਦੇ ਆ। ਉਹ ਕਹਿੰਦੇ ਕੁਛ ਨਾ ਕੁਛ ਗਰਮਾ ਗਰਮ ਵੀ ਕਰੋ ਜੀ, ਕੁਛ ਨਾ ਗਰਮ ਕਰੇ, ਉਹਦੇ ਵਿੱਚੋਂ ਹੀ ਨਿਕਲਦੇ ਆ। ਜਿਹੜਾ ਪੰਚਾਇਤਾਂ ਵਾਲਾ ਆ ਸਾਡਾ ਪੰਜਾਬ ਬਾਰੇ ਸੀਗਾ ਵੀ ਇਹ ਤਾਂ ਹਰ ਹਫ਼ਤੇ ਸੱਦਾ ਆਉਂਦਾ, ਉੱਥੇ ਪੰਚਾਇਤਾਂ ਹੀ ਹੋ ਜਾਂਦੀਆਂ। ਪਰ ਇਹ ਇੱਕ ਨਵਾਂ ਟ੍ਰੈਂਡ ਉੱਭਰ ਕੇ ਆ ਰਿਹਾ ਥੱਲਿਓਂ, ਲੋਕਾਂ ਦਾ ਦਬਾਅ ਹੈ ਸਾਡੇ ਤੇ ਵੀ ਤੁਸੀਂ ਤਾਂ ਬੋਲਣਾ ਹੀ ਹੋਣਾ, ਬੋਲਣ ਵੀ ਨਹੀਂ ਆ ਸਕਦੇ, ਇਕੱਠ ਹੀ ਆਪੇ ਕਰਨਾ। ਲੰਗਰ ਅਸੀਂ ਆਪ ਚਲਾਉਣੇ ਆ, ਉੱਥੇ ਵੀ ਲੰਗਰ ਚੱਲਿਆ ਤੁਹਾਡੇ ਸਾਹਮਣੇ। ਤੇ ਇੱਥੇ ਕਲਾਨੌਰ ਤੋਂ ਮੈਨੂੰ ਫੋਨ ਆਇਆ, ਸਾਡੇ ਦੋਸਤ ਆ, ਉਹ ਕਹਿੰਦਾ ਤੁਸੀਂ ਕੋਈ ਫਿਕਰ ਨਾ ਕਰੋ, ਮੈਂ 40-50 ਦਾ ਇਕੱਠ ਕਰੂੰਗਾ, ਤੁਸੀਂ ਲੰਗਰ ਦਾ ਪ੍ਰਬੰਧ ਕਰਾਂਗਾ, ਤੁਸੀਂ ਲੀਡਰ ਭੇਜ ਦਿਓ ਸਾਨੂੰ ਬਸ। ਇਹ ਇੱਕ ਮਤਲਬ ਥੱਲਿਓਂ ਏਕਤਾ ਵੱਧ ਰਹੀ ਹੈ ਥੱਲੇ, ਜਿਹਦੇ ਵਿੱਚ ਹਰ ਤਬਕਾ, ਜਿਹੜਾ ਜਗਰਾਵਾਂ ਵਾਲੀ ਮਹਾਪੰਚਾਇਤ ਆ ਉਹ ਕਿਸਾਨ ਮਹਾਪੰਚਾਇਤ ਨਹੀਂ ਸੀ, ਸਰਵ ਸਮਾਜ ਮਹਾਪੰਚਾਇਤ ਸੀ। ਸਰਵ ਸਮਾਜ ਉਹਦੇ ਮੇਰੇ ਸ਼ਬਦ ਪਾਇਆ ਸੀ, ਸਮਾਜ ਦਾ ਹਰ ਤਬਕਾ ਉਹਦੇ ਵਿੱਚ ਆ ਰਿਹਾ। ਉਹਦੇ ਨਾਲ ਸਾਡੀ ਜਿਹੜੀ ਆ ਦਿੱਲੀ ਵੱਲ ਨੂੰ ਹੋਰ ਵੱਧ ਗਿਣਤੀ ਹੋਊਗੀ, ਰਿਜ਼ਰਵ ਫੋਰਸ ਸਾਡੀ ਵਧੂਗੀ, ਜਿੰਨਾ ਮਰਜ਼ੀ ਲੰਬਾ ਚੱਲੂਗਾ ਪਿੱਛੋਂ ਘਾਟ ਨਹੀਂ ਆਊਗੀ। ਹੁਣ ਬਹੁਤੇ ਪਿੰਡਾਂ ਨੇ ਫੈਸਲਾ ਕਰ ਲਿਆ ਵੀ 20 ਬੰਦੇ ਜਾਓ, 20 ਆ ਜਾਣ, 20 ਚੱਲ ਜਾਣ, ਉਹ ਆਪਣੇ ਆਪ ਕਰ ਰਹੇ ਆ, ਟਰਾਂਸਪੋਰਟ ਦਾ ਪ੍ਰਬੰਧ ਆਪ ਕਰ ਰਹੇ ਆ। ਪਰ ਏਕੜ 200 ਰੁਪਈਆ, ਪਰ ਮੋਟਰ 500 ਰੁਪਈਆ ਨੌਜਵਾਨ ਇਕੱਠਾ ਕਰ ਰਹੇ ਆ, ਲੋਕ ਆਪਣੇ ਜਮ੍ਹਾਂ ਕਰਾ ਰਹੇ ਆ। ਔਰ ਸਭ ਤੋਂ ਵੱਡੀ ਗੱਲ ਜਸਵੀਰ ਜੀ ਇਹ ਆ ਵੀ ਧਾਰਮਿਕ ਮੋਰਚਾ ਇੰਨਾ ਜਿਹਾ ਲੱਗਿਆ, ਧਰਮ ਦੇ ਨਾਂ 'ਤੇ ਕਿੰਨਾ ਕੁਛ ਪੰਜਾਬ 'ਚ 20 ਸਾਲ ਹੋਇਆ, ਕਦੇ ਅਰਦਾਸ ਦਾ ਪਾਠ ਨਹੀਂ ਸੀ ਬਣਿਆ। ਇਹ ਪਹਿਲਾ ਘੋਲ ਆ ਜਿਹੜਾ ਹਰਿਮੰਦਰ ਸਾਹਿਬ ਦੀ ਅਰਦਾਸ ਵਿੱਚ, ਹਜ਼ੂਰ ਸਾਹਿਬ ਦੀ ਅਰਦਾਸ ਵਿੱਚ, ਆਨੰਦਪੁਰ ਦੀ ਅਰਦਾਸ ਵਿੱਚ, ਤੇ ਹਰ ਪਿੰਡ ਦੇ ਗਮੀ ਚਾਹੇ ਖੁਸ਼ੀ ਦਾ ਅਖੰਡ ਪਾਠ ਹੁੰਦਾ, ਉਹ 'ਤੇ ਅਰਦਾਸ ਵਿੱਚ ਸ਼ਾਮਲ ਹੋਵੇਗੀ ਕਿਸਾਨ ਘੋਲ ਦੀ ਚੜ੍ਹਦੀ ਕਲਾ ਲਈ ਵੀ ਉਹ ਜਿੱਤ ਕੇ ਆਵੇ, ਕਿਸਾਨ ਆਪਣੀ ਪੀੜ੍ਹੀਆਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ। ਇਹ ਅਰਦਾਸ ਦਾ ਹਿੱਸਾ ਬਣ ਗਿਆ, ਕਦੇ ਨਹੀਂ ਸੀ ਬਣਿਆ ਅੱਜ ਤੱਕ, ਚਾਹੇ ਧਾਰਮਿਕ ਘੋਲ ਹੋਇਆ ਚਾਹੇ ਕੋਈ ਹੋਇਆ। ਦੂਜੀ ਗੱਲ, ਹਿੰਦੁਸਤਾਨ ਪੱਧਰ ਦਾ ਇਹ ਪਹਿਲਾ ਘੋਲ ਆ, ਜਿੰਨੇ ਵੀ ਪਹਿਲਾਂ ਘੋਲ ਹੋਇਆ ਉਹ ਸਟੇਟ ਪੱਧਰ 'ਤੇ ਹੋਏ ਆ, ਚਾਹੇ ਤੇਲੰਗਾਨਾ ਦਾ ਸੀ, ਚਾਹੇ ਇਹ ਪਗੜੀ ਸੰਭਾਲ ਜੱਟਾਂ ਦਾ ਸੀਗਾ, ਚਾਹੇ ਖੁਸ਼ਚੇਤੀ ਮੋਰਚਾ ਸੀ, ਬੜੇ ਲੋਕ ਹੋਏ ਆ। ਮਜ਼ਾਰਾ ਲਹਿਰ ਦਾ ਸੀ, ਉਹ ਵੀ 800 ਪਿੰਡ ਦਾ ਸੀ। ਇਹ ਪਹਿਲਾ ਅੰਦੋਲਨ ਆ ਜਿਹੜਾ ਸਾਰੇ ਹਿੰਦੁਸਤਾਨ ਦਾ ਨਾਂ ਹੋ ਕੇ ਦੁਨੀਆ ਪੱਧਰ ਦਾ ਬਣ ਗਿਆ, ਦੁਨੀਆ ਦੇ ਹਰ ਕੋਨੇ 'ਚੋਂ ਆਵਾਜ਼ ਆ ਰਹੀ ਆ।
ਆ ਤੁਹਾਨੂੰ ਦੱਸਿਆ ਇਹਨਾਂ ਨਨਕਾਣਾ ਸਾਹਿਬ ਤੋਂ ਬਾਘਾ ਤੱਕ ਪਾਕਿਸਤਾਨ ਵਾਲੇ ਮਾਰਚ ਕਰਨ ਲੱਗੇ ਜੀ ਨਾਨਕ ਦੇ ਪਿੰਡ ਤੋਂ। ਤੇ ਆ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਨਿਊਜ਼ੀਲੈਂਡ ਹਾਲੈਂਡ ਸਾਰੇ ਤੇ ਮੁਜ਼ਾਹਰੇ ਹੋਏ ਆ ਟਰੂਡੋ ਨੇ ਤਾਂ ਮੋਦੀ ਨੇ ਇੱਥੋਂ ਤਾਂ ਕਹਿਤਾ ਜੇ ਕਾਨੂੰਨ ਵਾਪਸ ਨਾ ਲੈ ਮੈਂ ਤਾਂ ਆਪਣੇ ਮੁਲਕ ਨਹੀਂ ਬਣ ਦੇਣਾ। ਪਹਿਲੀ 26 ਜਨਵਰੀ ਆ ਜਿਹੜੀ ਚੀਫ ਗੈਸਟ ਤੋਂ ਬਿਨਾਂ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਤਾ। ਇਹ ਇੱਕ ਦੁਨੀਆ ਦਾ ਜਿਹੜਾ ਇਹਦੇ ਪਿੱਛੇ ਸਹਿਯੋਗ ਹੈ। UN ਤੱਕ ਨੇ ਕਹਿਤਾ, ਸੁਪਰੀਮ ਕੋਰਟ ਨੇ ਕਹਿਤਾ ਵੀ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਕਰਨ ਦਾ ਇਹਨਾਂ ਨੂੰ ਅਧਿਕਾਰ ਆ। ਸੁਪਰੀਮ ਕੋਰਟ ਮੰਨ ਗਏ, UN ਮੰਨ ਗਏ। ਉਹਨੇ ਕਹਿਤਾ ਤੁਸੀਂ ਇਹਨਾਂ 'ਤੇ ਕੋਈ ਤਸ਼ੱਦਦ ਨਹੀਂ ਕਰ ਸਕਦੇ। ਇਸੇ ਕਰਕੇ ਸਰਕਾਰ ਸਿੱਧਾ ਟਕਰਾਅ ਦੀ ਬਜਾਏ ਸਾਨੂੰ ਇੱਕ ਢੰਗ ਤਰੀਕੇ ਨਾਲ ਆਪਸੀ ਲੜਾਈ 'ਚ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਨੇ 25 ਨੂੰ ਸਟੇਜ 'ਤੇ ਸਾਡੀ 'ਤੇ ਕਬਜ਼ਾ ਥੋੜ੍ਹੀ ਕਰ ਸਕਦੇ ਸੀ। 40 ਮੁੰਡੇ ਕਿੱਦਾਂ ਕਬਜ਼ਾ ਕਰ ਲੈਂਦੇ? ਜੇ ਉੱਥੇ ਕੁੱਟਮਾਰ ਕਰਦੇ ਸਰਕਾਰ ਨੂੰ 5 ਮਿਲ ਜਾਂਦਾ ਕਰਨ ਦਾ। ਅਸੀਂ ਤੜਕੇ 4 ਵਜੇ ਫੇਰ ਸਟੇਜ ਚਲਾਤੀ, ਕੋਈ ਨਹੀਂ ਆਇਆ। ਸਰਕਾਰ ਦਾ ਪਲਾਨ ਆ ਵੀ ਵਿੱਚੋਂ ਲੜਾਈ ਕੋਈ ਨਾ ਕੋਈ ਕਰਾਈਏ, ਜਿੱਦਾਂ ਪੱਥਰਬਾਜ਼ੀ ਕਰਾਈ ਆ, ਜਿੱਦਾਂ ਗਾਜੀਪੁਰ 'ਤੇ ਜਾ ਕੇ ਹਮਲਾ ਕਰਾਇਆ, ਗਾਲਾਂ ਕਢਾਈਆਂ। ਪਰ ਕਿਸਾਨ ਨੇ ਆਪਣਾ ਜਿਹੜਾ ਪੇਸ਼ੈਂਸ ਨਹੀਂ ਖੋਇਆ, ਆਪਣਾ ਕਹਿ ਲਓ ਭਈ ਉਹ 'ਚ ਰਹੇ ਆ, ਜ਼ਾਬਤੇ ਰਹੇ ਆ। ਅਸੀਂ ਆਪਸੀ ਲੜਾਈ ਤੋਂ ਹਰ ਵਾਰੀ ਟਾਲਿਆ। ਟੈਂਪਰੇਰੀ ਨੁਕਸਾਨ ਭਾਵੇਂ ਹੋ ਜਾਏ ਕੋਈ ਗੱਲ ਨਹੀਂ। ਉਹ ਸਰਕਾਰ ਦੀਆਂ ਚਾਲਾਂ ਸਾਰੀਆਂ ਫੇਲ ਹੋਈਆਂ ਔਰ ਉਹ ਕਾਮਯਾਬ ਅਸੀਂ ਨਹੀਂ ਹੋਣ ਦੇਣੀਆਂ। 26 ਨੂੰ ਥੋੜ੍ਹਾ ਬਹੁਤ ਕਾਮਯਾਬ ਹੋਇਆ, 27 ਨੂੰ ਅਸੀਂ ਪੈਰਾਂ 'ਤੇ ਹੋ ਗਏ। ਨੁਕਸਾਨ ਤਾਂ ਹੁੰਦਾ ਜਿਹੜਾ ਲੰਬੇ ਸਮੇਂ ਲਈ ਹੋਵੇ। ਬਿਲਕੁਲ, ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਵਿਸਥਾਰਤ ਜੀ ਗੱਲਬਾਤ ਕੀਤੀ ਆ। ਹਾਲਾਂਕਿ ਜਿੱਡਾ ਲੰਬਾ ਅੰਦੋਲਨ ਕਿਹਾ ਜਾ ਰਿਹਾ, ਉਸ ਲੰਬੇ ਅੰਦੋਲਨ ਦੇ ਵਿੱਚ ਇਹ ਵੀ ਉਸ ਅੰਦੋਲਨ ਦਾ ਇੱਕ ਛੋਟਾ ਜਿਹਾ ਜਿਹੜਾ ਉਹ ਤਿਲ ਭਰ ਅੰਸ਼ ਕਿਹਾ ਜਾ ਸਕਦਾ ਇਸ ਲੰਬੀ ਗੱਲਬਾਤ ਨੂੰ ਵੀ, ਕਿਉਂਕਿ ਜਿੱਦਾਂ ਜਿੱਦਾਂ ਪਰਿਸਥਿਤੀਆਂ ਬਦਲਣਗੀਆਂ ਤਿਵੇਂ ਤਿਵੇਂ ਹਾਲਾਤ ਬਦਲਣਗੇ। ਬਿਆਨਬਾਜ਼ੀਆਂ ਦੇ ਵਿੱਚ ਕੁਝ ਹੋਰ ਵੀ ਰੰਗ ਜਿਹੜੇ ਉਹ ਨਜ਼ਰ ਆਉਣਗੇ ਤੇ ਉਹਦੇ ਵਿੱਚ ਨੁਕਤੇ ਤੇ ਮੁੱਦੇ ਵੀ ਵਿੱਚ ਜੁੜਦੇ ਜਾਣਗੇ। ਪਰ ਇਸ ਲੰਬੀ ਗੱਲਬਾਤ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਟੀਕਾ ਟਿੱਪਣੀ ਕਰਨ ਦੀ ਲੋੜ ਹੈਗੀ ਹੈ ਇਸ ਪੂਰੀ ਗੱਲਬਾਤ ਦੇ ਉੱਤੇ। ਤੁਸੀਂ ਸਾਰਾ ਕੁਝ ਸੁਣਿਆ, ਤੁਸੀਂ ਟੀਕਾ ਟਿੱਪਣੀਆਂ ਕਰ ਸਕਦੇ ਹੋ। ਜੇ ਟੀਵੀ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੁੜਦੇ ਹਾਂ ਤੇ ਟੀਵੀ ਦੇ ਜ਼ਰੀਏ ਵੀ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਟੀਕਾ ਟਿੱਪਣੀਆਂ ਕਰ ਸਕਦੇ ਹੋ। ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਉੱਥੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਗੱਲਬਾਤ ਕਰ ਸਕਦੇ ਹੋ ਕਿ ਕਿੱਥੇ ਕਿਹੜੀ ਚੀਜ਼ ਤੁਹਾਨੂੰ ਮਹਿਸੂਸ ਹੁੰਦੀ ਹੈ, ਕੀ ਕੁਝ ਲੱਗਾ ਇਸ ਗੱਲਬਾਤ ਦੇ ਵਿੱਚੋਂ। ਇਹਦੀ ਉਡੀਕ ਤੁਹਾਡੇ ਜਿਹੜੇ ਹੁੰਗਾਰੇ ਦੀ ਉਡੀਕ ਸਾਨੂੰ ਹਮੇਸ਼ਾ ਰਹਿੰਦੀ ਹੈ। ਪਰ ਫਿਲਹਾਲ ਇਹ ਜ਼ਰੂਰ ਕਹਿ ਸਕਦੇ ਹਾਂ ਇੱਕ ਨਵੀਂ ਰਵਾਇਤ ਮਹਾਪੰਚਾਇਤ ਦੀ ਪੰਜਾਬ ਦੇ ਵਿੱਚ ਚੱਲ ਪਈ ਹੈ। ਉਮੀਦ ਰੱਖਦੇ ਹਾਂ ਕਿ ਜਿਹੜਾ ਇਹ ਅੰਦੋਲਨ ਨਵੀਆਂ ਪੈੜਾਂ ਸਿਰਜ ਰਿਹਾ ਆ, ਇੱਕ ਨਵਾਂ ਸਿਧਾਂਤ ਸਿਰ ਰਿਹਾ ਆ ਅੰਦੋਲਨ ਦਾ, ਉਹ ਸਿਧਾਂਤ ਤੇ ਉਹ ਪੈੜਾਂ ਜਿਹੜੀਆਂ ਉਹ ਇਸ ਮੁਲਕ ਨੂੰ ਵੀ ਸਾਡੇ ਸੂਬੇ ਨੂੰ ਵੀ ਤਰੱਕੀ ਦੀਆਂ ਰਾਹਾਂ ਵੱਲ ਲੈ ਕੇ ਜਾਏਗਾ। ਫਿਲਹਾਲ ਇਸੇ ਦੇ ਨਾਲ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਤੇ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।